प्यारे 10वीं जमात के विद्यार्थियों, इस वीडियो में आपां कल 12 जुलाई ਨੂੰ ਹੋਇਆ मैथ का 10वीं का पेपर सॉल्व करन जा रहे हैं। तुसीं ये वीडियो बहुत ध्यान नाल देखनी है तो जिहड़े भी सलूशन होणगे आपां इत्थे डिस्कस करांगे वो सारे कापी ते चंगी तरह नोट कर लेने हैं ताकि नैक्सट टाइम जदों तुसीं पेपरां दी रिविज़न करोगे तो उदों तुसीं इन्हां नूं देख के वधिया तरीके नाल अपनी तैयारी कर सको। सो स्टार्ट करते हैं। फिर पहला क्वेश्चन सी, यूक्लिड वंड प्रमेजिका के अनुसार दित्तियां होईयां दो धनात्मक संपूर्ण संख्यावां ए ਅਤੇ बी ਲਈ दो विलक्षण धनात्मक संपूर्ण संख्यावां क्यू ਤਿਆਰ ਹੁੰਦੀਆਂ ਹਨ ਜਿੱਥੇ ਆਰ ਹੇਠ ਦਿੱਤੀਆਂ ਹੋਈਆਂ ਵਿੱਚੋਂ ਕਿਹੜੀ ਸ਼ਰਤ ਨੂੰ ਪੂਰਾ ਕਰਦਾ ਹੈ। Euclid's division lemma state that for any positive integers a and b there exists unique positive integer q and r such that a is equal to bq plus r where r must satisfy which of the following condition। ਤਾਂ Euclid's division lemma ਜਾਂ Euclid ਵੰਡ ਪ੍ਰਮੇਜਿਕਾ ਤੁਹਾਨੂੰ ਪਤਾ ਜੇ ਤੁਸੀਂ ਪੜ੍ਹਿਆ ਹੋਇਆ ਪਹਿਲੇ ਚੈਪਟਰ ਦਾ ਇਹ ਆਪਣੇ ਕੋਲ ਇੰਪੋਰਟੈਂਟ ਰਿਜ਼ਲਟ ਆ ਕਿ ਜਦੋਂ a is equal to bq plus r ਹੁੰਦਾ ਤਾਂ r ਕਿੱਥੋਂ ਲੈ ਕੇ ਕਿੱਥੋਂ ਤੱਕ ਹੁੰਦਾ, r ਹੁੰਦਾ 0 ਤੋਂ ਲੈ ਕੇ b ਤੱਕ। ਜਿਹੜਾ ਆਪਣਾ ਰਿਮਾਈਂਡਰ ਹੁੰਦਾ ਬਾਕੀ ਉਹ ਜਾਂ ਤਾਂ 0 ਹੋ ਸਕਦਾ, ਠੀਕ ਹੈ, 0 ਤੋਂ ਵੱਡਾ ਹੋ ਸਕਦਾ ਤੇ ਜਿਹਦੇ ਨਾਲ ਆਪਾਂ ਭਾਗ ਕੀਤੀ ਆ, ਜੇ b ਨਾਲ ਭਾਗ ਕੀਤੀ ਆ ਤਾਂ b ਤੋਂ ਛੋਟਾ ਛੋਟਾ ਰਹੂਗਾ, b ਤੋਂ ਵੱਡਾ ਨਹੀਂ ਹੋ ਸਕਦਾ ਜਾਂ ਕਦੇ b ਦੇ ਬਰਾਬਰ ਨਹੀਂ ਪਹੁੰਚ ਸਕਦਾ। 0 ਤੋਂ b ਦੇ ਵਿੱਚ ਹੁੰਦੀ ਆ r ਦੀ ਵੈਲਿਊ। ਸੋ ਆਪਸ਼ਨ ਦੇਖ ਲੈਂਦੇ ਆਪਣੇ ਕੋਲ ਡਾਇਰੈਕਟ ਰਿਜ਼ਲਟ ਸੀਗਾ ਜੇ ਤੁਸੀਂ ਇਹ ਪੜ੍ਹਿਆ ਹੋਇਆ, ਇਹ ਆ ਜਾਣਾ ਸੀ ਆਪਸ਼ਨ ਨੰਬਰ ਸੀ। ਕਈਆਂ ਨੂੰ ਆਪਸ਼ਨ ਨੰਬਰ ਬੀ 'ਚ ਵੀ ਭੁਲੇਖਾ ਪੈ ਸਕਦਾ, ਉੱਥੇ ਧਿਆਨ ਰੱਖੋ ਆ ਜਿਹੜੀ ਇਕੁਐਲਿਟੀ ਆ ਆਹ ਵਾਲੀ ਚੀਜ਼ ਇਹ 0 ਦੇ ਨਾਲ ਪਾਈ ਹੋਈ ਆ, ਮਤਲਬ 0 ਹੋ ਸਕਦਾ r ਬਟ b ਨਹੀਂ ਹੋ ਸਕਦਾ। ਆਪਸ਼ਨ ਨੰਬਰ ਸੀ ਆਣਾ ਸੀ। ਫਿਰ ਨੈਕਸਟ, ਹਾਊ ਮੈਨੀ ਫੈਕਟਰਸ ਡਜ਼ ਅ ਪ੍ਰਾਈਮ ਨੰਬਰ ਹੈਵ। ਕਿਸੇ ਅਭਾਜ ਸੰਖਿਆ ਦੇ ਕਿੰਨੇ ਗੁਣਨਖੰਡ ਹੁੰਦੇ ਹਨ। ਤਾਂ ਗੁਣਨਖੰਡ ਹੁੰਦਾ ਵੀ ਇਹ ਕਿਹਦੇ ਪਹਾੜੇ 'ਚ ਆਉਂਦੀ ਹੈ ਕੋਈ ਸੰਖਿਆ, ਫੈਕਟਰਸ ਕਹਿੰਦੇ ਹੁੰਦੇ ਆਪਾਂ ਨੂੰ। ਤਾਂ ਕੋਈ ਵੀ ਅਭਾਜ ਸੰਖਿਆ ਆਪਣੇ ਕੋਲ ਪ੍ਰਾਈਮ ਨੰਬਰ ਆ, ਠੀਕ ਹੈ। ਪ੍ਰਾਈਮ ਨੰਬਰ ਜਿਵੇਂ ਕੋਈ 3 ਆ, ਜਿਵੇਂ 5 ਆ, ਆਪਣਾ 2 ਤੋਂ ਸਟਾਰਟ ਹੋ ਜਾਂਦੇ ਆ, ਵੈਸੇ 2 3 5 7 ਇਹ ਪ੍ਰਾਈਮ ਨੰਬਰ ਆ। ਇਹ ਜਾਂ ਤਾਂ ਇੱਕ ਦੇ ਪਹਾੜੇ 'ਚ ਆਉਂਦੇ ਹੁੰਦੇ ਆ ਤੇ ਜਾਂ ਆਪਦੇ ਪਹਾੜੇ 'ਚ ਆਉਂਦੇ ਹੁੰਦੇ ਆ। ਤਾਂ ਇਹਨਾਂ ਦੇ ਕਿੰਨੇ ਗੁਣਨਖੰਡ ਹੁੰਦੇ ਆ, 2 ਗੁਣਨਖੰਡ ਹੁੰਦੇ ਆ। ਕੋਈ ਵੀ ਪ੍ਰਾਈਮ ਨੰਬਰ ਆ, ਕੋਈ ਵੀ ਅਭਾਜ ਸੰਖਿਆ ਜਾਂ ਤਾਂ ਇੱਕ ਦੇ ਪਹਾੜੇ 'ਚ ਆਊਗੀ ਜਾਂ ਖੁਦ ਦੇ ਆਪਦੇ ਪਹਾੜੇ 'ਚ ਆਊਗੀ, ਠੀਕ ਹੈ। ਸੋ ਇਹਦੇ 2 ਫੈਕਟਰ ਜਾਂ ਗੁਣਨਖੰਡ ਹੁੰਦੇ ਆ, ਇੱਕ ਤਾਂ ਇੱਕ ਤੇ ਇੱਕ ਪ੍ਰਾਈਮ ਨੰਬਰ ਖੁਦ। ਤਾਂ 2 ਆਪਸ਼ਨ ਆਉਣਾ ਸੀ, ਆਪਸ਼ਨ ਨੰਬਰ ਏ ਆ ਜਾਣਾ ਸੀ। ਫਿਰ ਨੈਕਸਟ, ਵਾਟ ਇਜ਼ ਦਾ SCF ਆਫ 2 ਕੰਸੈਕਟਿਵ ਪ੍ਰਾਈਮ ਨੰਬਰਸ। 2 ਲਗਾਤਾਰ ਅਭਾਜ ਸੰਖਿਆਵਾਂ ਦਾ ਮਮਾ ਸੁਭਾਅ ਕੀ ਹੁੰਦਾ ਹੈ। ਤਾਂ ਦੇਖੋ ਕੋਈ ਵੀ 2 ਲਗਾਤਾਰ ਅਭਾਜ ਸੰਖਿਆਵਾਂ ਲੈ ਕੇ ਦੇਖੋ, ਜਿਵੇਂ 2 ਤੇ 3 ਲੈ ਲਈਏ, 3 ਤੇ 5 ਲੈ ਲਈਏ, 5 ਤੇ 7 ਲੈ ਲਈਏ, ਠੀਕ ਹੈ, 7 ਤੇ 11 ਲੈ ਲਈਏ। ਕੋਈ ਵੀ 2 ਲਗਾਤਾਰ ਜੇ ਅਭਾਜ ਸੰਖਿਆਵਾਂ ਲਓਗੇ ਤਾਂ ਉਹਨਾਂ ਵਿੱਚ ਕਿਹੜਾ ਜਿਹੜਾ ਮਮਾ ਸੁਭਾਅ ਹੋਊਗਾ। ਮਮਾ ਸੁਭਾਅ ਹੁੰਦਾ ਆਪਣੇ ਕੋਲ, ਜਿਵੇਂ ਇੰਗਲਿਸ਼ ਆਪਾਂ SCF ਕਹਿੰਦੇ ਹਾਂ, ਹਾਈਐਸਟ ਕਾਮਨ ਫੈਕਟਰ, ਕਿ ਕਿਹੜਾ ਹੁੰਦਾ ਜੇ ਸਾਂਝਾ ਗੁਣਨਖੰਡ ਹੁੰਦਾ। ਤਾਂ ਇਹਨਾਂ 'ਚ ਦੇਖੋ ਕਿਹੜਾ ਸਾਂਝਾ ਗੁਣਨਖੰਡ ਆ, ਕਿਹੜਾ ਇਹੋ ਜਿਹਾ ਪਹਾੜਾ ਜੀ 'ਚ 2 ਵੀ ਆਉਂਦਾ ਤੇ 3 ਵੀ ਆਉਂਦਾ, ਠੀਕ ਹੈ। ਕਿਹੜਾ ਇਹੋ ਜਿਹਾ ਪਹਾੜਾ ਜੀ 'ਚ 3 ਵੀ ਆਉਂਦਾ ਤੇ 5 ਵੀ ਆਉਂਦਾ, ਕਿਹੜਾ ਇਹੋ ਜਿਹਾ ਪਹਾੜਾ ਜੀ 'ਚ 5 ਵੀ ਆਉਂਦਾ ਤੇ 7 ਵੀ ਆਉਂਦਾ। ਇਸ ਤਰ੍ਹਾਂ ਕਰਕੇ ਦੇਖ ਸਕਦੇ ਹਾਂ। ਤਾਂ ਉਹ ਤੁਹਾਨੂੰ ਦਿਖੂਗਾ ਸਿਰਫ ਇੱਕ ਦਾ ਹੀ ਇਸ ਤਰ੍ਹਾਂ ਦਾ ਪਹਾੜਾ, ਇੱਕ ਦੇ ਪਹਾੜੇ 'ਚ ਹੀ ਆ ਜਿਹਦੇ 'ਚ ਦੋਵੇਂ ਸੰਖਿਆਵਾਂ ਆਉਂਦੀਆਂ। ਅਦਰਵਾਈਜ਼ ਹੋਰ ਕੋਈ ਆਪਣੇ ਕੋਲ ਟੇਬਲ ਹੈ ਨਹੀਂ ਇਸ ਤਰ੍ਹਾਂ ਦਾ ਜਿਹਦੇ ਵਿੱਚ 2 ਲਗਾਤਾਰ ਅਭਾਜ ਸੰਖਿਆ ਹੋ ਜਾਣ। ਸੋ ਇਹ ਇੰਪੋਰਟੈਂਟ ਰਿਜ਼ਲਟ ਆ ਕਿ ਕੋਈ ਵੀ 2 ਲਗਾਤਾਰ ਅਭਾਜ ਸੰਖਿਆ ਦਾ ਮਮਾ ਸੁਭਾਅ ਕਿੰਨਾ ਹੁੰਦਾ, 1 ਹੁੰਦਾ। ਫਿਰ ਨੈਕਸਟ, ਵਟ ਇਜ਼ ਦਾ ਡਿਗਰੀ ਆਫ ਅ ਲੀਨੀਅਰ ਪੋਲੀਨੋਮੀਅਲ। ਰੇਖੀ ਬਹੁਪਦ ਦੀ ਘਾਤ ਕਿੰਨੀ ਹੁੰਦੀ ਹੈ। ਤਾਂ ਰੇਖੀ ਬਹੁਪਦ ਦੀ ਘਾਤ 1 ਹੁੰਦੀ ਹੈ। ਇਹ ਡਾਇਰੈਕਟ ਰਿਜ਼ਲਟ ਯਾਦ ਰੱਖਣਾ। ਇਸ ਤੋਂ ਇਲਾਵਾ ਇੱਕ ਕੁਆਡਰੇਟਿਕ ਪੋਲੀਨੋਮੀਅਲ ਹੁੰਦੀ ਹੈ, ਇਹ ਲੀਨੀਅਰ ਸੀ, ਇਹਦੀ 1 ਆ, ਕੁਆਡਰੇਟਿਕ ਦੀ 2 ਹੁੰਦੀ ਹੈ। ਉਹਨੂੰ ਪੰਜਾਬੀ 'ਚ ਕਹਿੰਦੇ ਆ 2 ਘਾਤੀ ਬਹੁਪਦ, ਇੰਗਲਿਸ਼ 'ਚ ਕਹਿੰਦੇ ਆ ਕੁਆਡਰੇਟਿਕ। ਇੱਕ ਹੁੰਦੀ ਹੈ ਕਿਊਬਿਕ, ਉਹਦੀ 3 ਹੁੰਦੀ ਆ, ਪੰਜਾਬੀ 'ਚ ਉਹਨੂੰ 3 ਘਾਤੀ ਬਹੁਪਦ ਕਹਿੰਦੇ ਆ। ਉੱਥੋਂ ਦੇਖਣਾ ਸੌਖਾ ਪੰਜਾਬੀ 'ਚ, ਇੰਗਲਿਸ਼ 'ਚ ਯਾਦ ਰੱਖਣੇ ਪੈਣੇ ਆ। 2 ਘਾਤੀ ਕੁਆਡਰੇਟਿਕ, 3 ਘਾਤੀ ਕਿਊਬਿਕ ਤੇ 1 ਘਾਤੀ ਲੀਨੀਅਰ। ਫਿਰ ਨੈਕਸਟ, if p of x is equal to ax square plus bx plus c is a quadratic polynomial then what is the relation of c by a with zeros of px। ਜੇਕਰ px ਬਰਾਬਰ ਹੈ ax ਦੀ 2 plus bx plus c ਇੱਕ 2 ਘਾਤੀ ਬਹੁਪਦ ਹੋਵੇ ਤਾਂ c ਵਟਾ a ਦਾ ਬਹੁਪਦ ਦੀਆਂ ਸਿਫਰਾਂ ਨਾਲ ਕੀ ਸੰਬੰਧ ਹੈ। ਤਾਂ ਇਹ ਆਪਣੇ ਕੋਲ ਇੰਪੋਰਟੈਂਟ ਰਿਜ਼ਲਟ ਹੁੰਦੇ ਆ। ਇੱਕ ਹੁੰਦਾ ਸਿਫਰਾਂ ਦਾ ਜੋੜ, ਇੱਕ ਹੁੰਦਾ ਸਿਫਰਾਂ ਦੀ ਗੁਣਾ। ਸਿਫਰਾਂ ਦਾ ਜੋੜ ਹੁੰਦਾ ਇੱਕ ਸਮ ਆਫ ਜ਼ੀਰੋਸ ਤੇ ਇੱਕ ਹੁੰਦਾ ਸਿਫਰਾਂ ਦੀ ਗੁਣਾ। ਇਹ ਦੋਵੇਂ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਇਹ ਅਗਲੀ ਵਾਰ ਹੋ ਸਕਦਾ ਦੂਜਾ ਆ ਜੇ। ਜਿਹੜਾ ਤਾਂ ਹੁੰਦਾ ਸਿਫਰਾਂ ਦਾ ਜੋੜ ਉਹ ਹੁੰਦਾ -b ਵਟਾ a, ਜਿਹੜੀ ਹੁੰਦੀ ਹੈ ਸਿਫਰਾਂ ਦੀ ਗੁਣਾ ਉਹ ਹੁੰਦੀ ਹੈ c ਵਟਾ a। ਸਿਫਰਾਂ ਦਾ ਜੋੜ -b ਵਟਾ a, ਸਿਫਰਾਂ ਦੀ ਗੁਣਾ c ਵਟਾ a। ਤਾਂ ਹੁਣ ਇਹ ਪੁੱਛ ਰਹੇ ਆ c ਵਟਾ a ਕੀ ਹੁੰਦਾ, ਤਾਂ c ਵਟਾ a ਹੁੰਦਾ ਸਿਫਰਾਂ ਦੀ ਗੁਣਾ, ਠੀਕ ਹੈ। ਜੇ ਪੁੱਛਦੇ -b ਵਟਾ a ਦਾ ਸੰਬੰਧ ਦੱਸੋ ਕਿਹਦੇ ਨਾਲ, ਸਿਫਰਾਂ ਨਾਲ,
ਮਾਈਨਸ b ਵਟਾ a ਦਾ, ਤਾਂ ਉਹ ਹੋਣਾ ਸੀ ਸਿਫਰਾਂ ਦਾ ਜੋੜ। ਆ ਸਿਫਰਾਂ ਦਾ ਜੋੜ ਆ, ਸਿਫਰਾਂ ਦੀ ਗੁਣਾ ਹੈਗੀ ਆ c ਵਟਾ a, ਇਹ ਦੋਵੇਂ ਯਾਦ ਰੱਖਣੇ। ਫਿਰ ਨੈਕਸਟ ਫਾਈਂਡ ਦਾ ਨੰਬਰ ਆਫ ਜ਼ੀਰੋਜ਼ ਆਫ ਦਾ ਪੋਲੀਨੋਮੀਅਲ ਫਰੋਮ ਦਾ ਗ੍ਰਾਫ। ਦਿੱਤੇ ਚਿੱਤਰ ਵਿੱਚ y p of x ਦੇ ਅਲੇਖ ਲਈ ਸਿਫਰਾਂ ਦੀ ਗਿਣਤੀ ਕਿੰਨੀ ਹੈ। ਤਾਂ ਆਪਾਂ ਨੂੰ ਪਤਾ ਜਦੋਂ ਆਪਾਂ ਅਲੇਖ ਤੋਂ ਸਿਫਰਾਂ ਦੀ ਗਿਣਤੀ ਦੇਖਣੀ ਹੁੰਦੀ ਆ, ਆਪਾਂ ਸਿਰਫ ਇਹ ਦੇਖ ਲੈਂਦੇ ਆ ਕੋਈ ਵੀ ਅਲੇਖ ਆ ਜਿਹੜਾ ਉਹ x ਤੋਂ ਰੇ ਨੂੰ ਕਿੰਨੇ ਬਿੰਦੂਆਂ ਤੇ ਕੱਟ ਰਿਹਾ। ਤਾਂ ਆਪਾਂ ਦੇਖ ਸਕਦੇ ਆ ਜਿਹੜਾ ਗ੍ਰਾਫ ਆ ਅਲੇਖ ਆ x ਤੋਂ ਰੇ ਨੂੰ ਸਿਰਫ ਇੱਕੋ ਬਿੰਦੂ ਤੇ ਕੱਟ ਰਿਹਾ a ਤੇ, ਸਿਰਫ ਇੱਕ ਬਿੰਦੂ ਤੇ ਕੱਟ ਰਿਹਾ, ਤਾਂ ਸਿਫਰਾਂ ਦੀ ਗਿਣਤੀ ਕਿੰਨੀ ਹੋਊਗੀ, 1 ਹੋਊਗੀ। x ਧੁਰਾ ਦੇਖਣਾ ਹੁੰਦਾ ਆਪਾਂ ਲੇਟਵਾਂ ਧੁਰਾ, ਹੌਰੀਜ਼ੌਂਟਲ ਐਕਸਿਸ, ਠੀਕ ਹੈ, ਹੌਰੀਜ਼ੌਂਟਲ ਦੇਖਣਾ ਲੇਟਵਾਂ ਧੁਰਾ, y ਨਹੀਂ ਦੇਖਣਾ। ਤਾਂ ਇੱਕ ਬਿੰਦੂ ਤੇ ਕੱਟ ਰਿਹਾ, ਸੋ ਸਿਫਰਾਂ ਦੀ ਗਿਣਤੀ 1 ਹੋਏਗੀ। ਫਿਰ ਨੈਕਸਟ, what is the value of k so that pair of linear equations kx minus y is equal to 2 and 6x minus 2y is equal to 3 have unique solution। k ਦੇ ਕਿਹੜੇ ਮੁੱਲਾਂ ਲਈ ਰੇਖੀ ਸਮੀਕਰਨ ਦੇ ਜੋੜੇ kx minus y ਬਰਾਬਰ 2 ਅਤੇ 6x minus 2y ਬਰਾਬਰ 3 ਦਾ ਇੱਕ ਵਿਲੱਖਣ ਹੱਲ ਹੈ। ਯੂਨੀਕ ਸੋਲੂਸ਼ਨ ਜਾਂ ਵਿਲੱਖਣ ਹੱਲ। ਤਾਂ ਇਹ ਨਾ ਆਪਣੇ ਕੋਲ ਕੁਝ ਕੰਡੀਸ਼ਨ ਹੁੰਦੀਆਂ, ਯੂਨੀਕ ਸੋਲੂਸ਼ਨ ਕਦੋਂ ਹੋਊਗਾ, ਭਾਵ ਵਿਲੱਖਣ ਹੱਲ ਕਦੋਂ ਹੋਊ। ਵਿਲੱਖਣ ਮਤਲਬ ਇੱਕੋ ਹੱਲ ਹੈ, ਕੋਈ ਹੱਲ ਨਹੀਂ ਕਦੋਂ ਹੋਊਗਾ, ਤੇ ਅਨੇਕਾਂ ਹੱਲ ਕਦੋਂ ਹੋਣਗੇ। ਤਾਂ ਇਹ ਕੁਐਸਚਨ ਕਰਨ ਤੋਂ ਪਹਿਲਾਂ ਆਪਾਂ ਇੱਕ ਟੇਬਲ ਕਰਨ ਜਾ ਰਹੇ ਹਾਂ। ਟੇਬਲ ਦੇਖਦੇ ਹਾਂ, ਟੇਬਲ ਵਾਲੀਆਂ ਸਾਰੀਆਂ ਵੈਲਿਊ ਆਪਾਂ ਨੂੰ ਯਾਦ ਰੱਖਣੀਆਂ ਪੈਣੀਆਂ। ਤਾਂ ਇਹ ਜਿਹੜਾ ਆਪਣਾ ਚੈਪਟਰ ਨੰਬਰ 3 ਦਾ ਟੇਬਲ ਆ, ਅਧਿਆਇ 3 ਦਾ, ਇਹ ਆਪਾਂ ਨੂੰ ਦੇਖੋ ਕੀ ਦਰਸਾ ਰਿਹਾ। ਮੰਨ ਲਓ ਕੋਈ ਦੋ ਸਮੀਕਰਨ ਆ ਕਹਿੰਦੇ, ਤਾਂ ਆ ਦੇਖੋ ਇੱਕ ਹੱਲ ਹੈ, ਆਹ ਦੋ ਸਮੀਕਰਨ ਆ a1x + b1y + c1 = 0, ਆ ਦੂਜੀ ਸਮੀਕਰਨ ਆ। ਇੱਕ ਹੱਲ ਹੋਊਗਾ ਕਦੋਂ, ਕੀ ਕੰਡੀਸ਼ਨ ਆ ਉਹਦੀ, ਯੂਨੀਕ ਸੋਲੂਸ਼ਨ ਆ ਮਤਲਬ ਜਦੋਂ a1 ਵਟਾ a2 ਨਹੀਂ ਬਰਾਬਰ ਹੈ b1 ਵਟਾ b2 ਹੋਇਆ, ਠੀਕ ਹੈ। ਫਿਰ ਅਨੇਕਾਂ ਹੱਲ ਕਦੋਂ ਹੋਣਗੇ, ਜਦੋਂ ਆ ਸਾਰੇ ਬਰਾਬਰ ਹੋਏ, a1 ਵਟਾ a2 b1 ਵਟਾ b2 ਤੇ c1 ਵਟਾ c2। ਕੋਈ ਹੱਲ ਨਹੀਂ ਕਦੋਂ ਕਹਿਣਾ, ਜਦੋਂ ਪਹਿਲੇ ਦੋ ਤਾਂ ਬਰਾਬਰ ਹੋਏ ਤੇ ਤੀਜੇ ਵਾਲਾ ਬਰਾਬਰ ਨਾ ਹੋਇਆ। ਇਹ ਆਪਾਂ ਨੂੰ ਤਿੰਨੇ ਯਾਦ ਰੱਖਣੇ ਪੈਣੇ। ਇੱਕ ਹੱਲ ਲਈ ਕੀ ਕੰਡੀਸ਼ਨ ਆ, ਅਨੇਕਾਂ ਹੱਲ ਲਈ ਕੀ ਕੰਡੀਸ਼ਨ ਆ, ਕੋਈ ਹੱਲ ਲਈ ਕੀ ਕੰਡੀਸ਼ਨ ਆ। ਇੱਕ ਹੱਲ ਮਤਲਬ ਯੂਨੀਕ ਸੋਲੂਸ਼ਨ, ਅਨੇਕ ਹੱਲ ਇਨਫਾਈਨਾਈਟਲੀ ਮੈਨੀ ਸੋਲੂਸ਼ਨ, ਕੋਈ ਹੱਲ ਨਹੀਂ ਨੋ ਸੋਲੂਸ਼ਨ। ਆ ਵੀ ਆਪਾਂ ਨੂੰ ਬਾਕੀ ਟੇਬਲ ਵੀ ਯਾਦ ਰੱਖਣਾ ਪੈਣਾ। ਚਲੋ ਫਿਲਹਾਲ ਆਪਾਂ ਇੰਨਾ ਯਾਦ ਰੱਖ ਕੇ ਉਹ ਕੁਐਸਚਨ ਸੋਲਵ ਕਰਦੇ ਹਾਂ। ਇੱਕ ਹੱਲ ਕਿਹਾ ਉਹਨਾਂ ਨੇ ਤਾਂ ਯਾਦ ਰੱਖਾਂਗੇ, a1 ਵਟਾ a2 ਨਹੀਂ ਬਰਾਬਰ ਹੈ b1 ਵਟਾ b2। ਸੋ ਆਪਾਂ ਆਈਏ ਹੁਣ ਆਪਣੇ ਕੁਐਸਚਨ ਤੇ। ਦੇਖੋ ਆਹ ਦੋ ਸਮੀਕਰਨ ਆਪਣੇ ਕੋਲ, ਆ ਪਹਿਲੀ ਸਮੀਕਰਨ ਆ ਦੂਜੀ ਸਮੀਕਰਨ। a1 ਇੱਥੇ ਹੋ ਗਿਆ k, ਠੀਕ ਹੈ, x ਦਾ ਗੁਣਾਂਕ ਆ ਜਿਹੜਾ x ਦਾ ਕੋਐਫੀਸ਼ੀਐਂਟ ਆ। b1 ਹੋ ਗਿਆ ਇੱਥੇ -1, a1 ਹੋ ਗਿਆ k ਤੇ b1 ਹੋ ਗਿਆ -1। c1 ਚਲੋ 2 ਵੀ ਕਹਿ ਸਕਦੇ ਹਾਂ, ਜਾਂ ਇੱਧਰ ਲਿਆ ਕੇ -2 ਵੀ ਕਹਿ ਸਕਦੇ ਹਾਂ, ਉਹਦੀ ਲੋੜ ਨਹੀਂ ਪੈਣੀ c1 ਦੀ ਫਿਲਹਾਲ, ਕਿਉਂਕਿ ਇੱਕ ਹੱਲ ਲਈ ਆਪਾਂ ਦੇਖਿਆ ਸੀ a1 ਵਟਾ a2 ਨਹੀਂ ਬਰਾਬਰ ਹੈ b1 ਵਟਾ b2, ab ਨਾਲ ਹੀ ਕੰਮ ਚੱਲ ਜਾਣਾ, c ਦੀ ਲੋੜ ਹੀ ਨਹੀਂ। c1 ਵੈਸੇ ਇੱਧਰ ਲਿਆ ਕੇ ਆਪਾਂ -2 ਬਣਾ ਸਕਦੇ ਸੀ, ਚਲੋ ਉਹਦੀ ਲੋੜ ਨਹੀਂ। ਫਿਰ ਦੂਜੀ ਸਮੀਕਰਨ ਦੇਖੋ, ਇਹਦੇ 'ਚ a2 ਹੈਗਾ ਆਪਣੇ ਕੋਲ 6 ਤੇ b2 ਹੈਗਾ ਆਪਣੇ ਕੋਲ -2। ਤਾਂ ਹੁਣ ਆਪਾਂ a1 ਵਟਾ a2 ਨਹੀਂ ਬਰਾਬਰ ਹੈ b1 ਵਟਾ b2 ਰੱਖ ਦਾਂਗੇ। ਸੋ k ਵਟਾ 6 ਨਹੀਂ ਬਰਾਬਰ ਹੈ -1 ਵਟਾ -2। ਆ ਮਾਈਨਸ ਨਾਲ ਮਾਈਨਸ ਕੱਟ ਦੋ, ਠੀਕ ਹੈ, ਮਾਈਨਸ ਨਾਲ ਮਾਈਨਸ ਕੱਟੀ ਗਈ। 6 ਨੂੰ ਆਪਾਂ ਦੂਜੀ ਸਾਈਡ ਲੈ ਜਾਵਾਂਗੇ, ਆ 6 ਇੱਧਰ ਭਾਗ 'ਚ ਆ ਤਾਂ ਉੱਧਰ ਜਾ ਕੇ ਗੁਣਾ 'ਚ ਹੋ ਜਾਊਗਾ। ਸੋ ਆ ਜਾਊਗਾ k ਨਹੀਂ ਬਰਾਬਰ ਹੈ 6 ਵਟਾ 2, ਠੀਕ ਹੈ। 2 ਤੇ 6 ਕੱਟ ਦੋ, 2 ਤੇ 6 3 ਦੇ ਪਹਾੜੇ, 2 ਦੇ ਪਹਾੜੇ ਤੇ ਕੱਟੇ ਜਾਣਗੇ, 2 × 2 2 × 6, k ਨਹੀਂ ਬਰਾਬਰ ਹੈ 3। ਸੋ k ਨਹੀਂ ਬਰਾਬਰ 3 ਆਪਸ਼ਨ ਆ ਜਾਣਾ ਸੀ ਆਪਣੇ ਕੋਲ, ਠੀਕ ਹੈ। ਕੰਡੀਸ਼ਨ ਲਾਣੀ ਹੈ a1 ਵਟਾ a2 ਨਹੀਂ ਬਰਾਬਰ ਹੈ b1 ਵਟਾ b2, ਜਦੋਂ ਇੱਕ ਹੱਲ ਹੈ, ਵਿਲੱਖਣ ਹੱਲ ਹੈ, ਯੂਨੀਕ ਸੋਲੂਸ਼ਨ a1 ਵਟਾ a2 ਨਹੀਂ ਬਰਾਬਰ b1 ਵਟਾ b2। ਸੋ ਕੀ ਆ ਗਿਆ, k ਨਹੀਂ ਬਰਾਬਰ ਹੈ 3 ਆ ਗਿਆ, ਆਪਸ਼ਨ ਨੰਬਰ b ਆ ਗਿਆ। ਫਿਰ ਨੈਕਸਟ, when the graphs of a pair of a linear equations intersect at a point, then this pair of equations has dash solution। ਜੇਕਰ ਰੇਖੀ ਸਮੀਕਰਨਾਂ ਦੇ ਜੋੜੇ ਦੇ ਅਲੇਖ ਇੱਕ ਬਿੰਦੂ ਉੱਤੇ ਕੱਟਦੇ ਹਨ ਤਾਂ ਸਮੀਕਰਨ ਦਾ ਡੈਸ਼ ਹੱਲ ਹੈ। ਤਾਂ ਇਹਦੇ 'ਚ ਵੀ 3 ਕੰਡੀਸ਼ਨ ਹੁੰਦੀਆਂ। ਦੇਖੋ ਆਪਣੇ ਕੋਲ ਆ ਮੰਨ ਲਓ ਅਲੇਖ ਆਪਾਂ ਜਿਵੇਂ x ਬਣਾਉਂਦੇ ਹਾਂ, x ਧੁਰਾ y ਧੁਰਾ। ਮੰਨ ਲਓ ਆ ਇਹ ਪਹਿਲੀ ਰੇਖਾ, ਠੀਕ ਹੈ, ਪਹਿਲੀ ਕੋਈ ਸਮੀਕਰਨ ਦਾ ਗ੍ਰਾਫ ਆ ਦੂਜੀ ਸਮੀਕਰਨ ਦਾ ਗ੍ਰਾਫ ਆ। ਇੱਕ ਬਿੰਦੂ ਤੇ ਕੱਟ ਗਏ, ਇਹ ਜਿੰਨੇ ਬਿੰਦੂਆਂ ਤੇ ਕੱਟ ਜਾਣ ਉਨੇ ਹੀ ਹੱਲ ਹੁੰਦੇ। ਤੇ ਇੱਕ ਬਿੰਦੂ ਤੇ ਕੱਟ ਗਏ ਤਾਂ ਇੱਕ ਹੱਲ ਹੈ। ਕਈ ਵਾਰ ਹੋਊਗਾ ਇਹ ਜਮਾਂ ਹੀ ਨਹੀਂ ਕੱਟਣਗੇ, ਇੱਕ ਦੂਜੇ ਦੇ ਸਮਾਂਤਰ ਹੋ ਜਾਣਗੇ, ਆਪਾਂ ਕਹਾਂਗੇ ਕੋਈ ਹੱਲ ਨਹੀਂ। ਕਈ ਵਾਰ ਇਹ ਲਾਈਨ ਦੇ ਉੱਪਰ ਹੀ ਲਾਈਨ ਬਣ ਜੂ, ਦੂਜੀ ਸਾਰੀ ਦੀ ਸਾਰੀ ਲਾਈਨ ਹੀ ਸਾਂਝੀ ਆ ਜਾਊਗੀ, ਆਪਾਂ ਕਹਾਂਗੇ ਅਨੇਕਾਂ ਹੱਲ। 3 ਕੇਸ ਹੁੰਦੇ ਆ ਦੇਖੋ, ਇੱਕ ਬਿੰਦੂ ਤੇ ਕੱਟ ਗਏ ਤਾਂ ਇੱਕ ਹੱਲ ਹੈ ਯੂਨੀਕ ਸੋਲੂਸ਼ਨ,
ठीक है, विलक्षण हल है। कदे भी ना कट्टन समांतर होण तां नो सोल्यूशन, नो कोई हल नहीं। लाइन के उपर ही लाइन आ जाए तो इनफाइनाइटली मैनी सोल्यूशन, अनेकां हल हैं। तो हुण देखो की कह रहा, एक बिंदु ते कट रहे, देखो दिते हुए समीकरणों के जोड़े दे लेख एक बिंदु ते कटदे आ, तो समीकरणों का एक हल होगा। विलक्षण हल नूं एक हल कहते हैं, यूनीक सोल्यूशन। ठीक है, जे कदे ना कटते होंदे कोई हल नहीं, जे हर बिंदु ते ही कटते होंदे, दो रेखावां संपाती हो जांदियां, तो फिर आपां कहंदे इनफाइनाइटली मैनी सोल्यूशन, अनेकां हल। फिर अगला, अ पेयर ऑफ इक्वेशन x इज इक्वल टू 2 एंड y इज इक्वल टू 6 ग्राफिकली रिप्रजेंट्स डैश लाइन्स। रेखी समीकरणों के जोड़े x बराबर है 2, y बराबर है 6 का अलेख डैश रेखावां नूं दर्शाउंदा है। तो देखो फिर आपां नूं अलेख देखना पैना। जदों भी कोई x बराबर है, कोई नंबर आ जाए, x बराबर है 1 आ जाए, x बराबर है 2 आ जाए, x बराबर 3, x बराबर है कोई भी नंबर आ जाए, तो वह जिहड़ा ग्राफ हुंदा y धुरे दे समांतर हुंदा। जिवें x 1 इत्थे आ, ठीक है, 2 इत्थे आ, 3 इत्थे आ, इधर y हुंदा अपना, y 1 इत्थे, y 2 इत्थे, y 3 इत्थे। x बराबर है 2 का ग्राफ किवें होऊगा, इस तरह होऊगा, x बराबर है 2 का ग्राफ y धुरे दे समांतर। तो y बराबर है कोई नंबर आ जाए, वह ग्राफ हुंदा x धुरे दे समांतर। तो y 6 उत्ते जाके किते होऊगा, इत्थे जे मान लो होऊगा, वह ग्राफ इस तरह बनना x धुरे दे समांतर। ठीक है, x धुरे दे समांतर। x बराबर है नंबर का ग्राफ y धुरे दे समांतर, y बराबर है कोई नंबर का ग्राफ x धुरे दे समांतर। तो आ देखो लाइन नूं जदों वधावांगे एक पॉइंट ते कट जाणगियां ना। सो ही पुछया उन्होंने, देखो भी जिहड़ा अलेख आ कि ये समांतर आ, मतलब कदे नहीं कट्टणगियां कि कट जाणगियां, संपाती आ भी लाइन के उपर लाइन आ जूगी। ठीक है, कि 2,6 ते कट्टणगियां कि 6,2 ते। अब बी ते डी 'च देखना पैना, कटदियां तो हैगियां पर किहड़े बिंदु ते कट्टणगियां, 2,6 कि 6,2। तो देखो इत्थे x अपना 2 आ, x वाल आप 2 गए हुए हैं, तो उपर नूं आपां 6 गए हुए हैं, 2,6। ऑप्शन नंबर डी आ जाना गा, इंटरसैक्टिंग है 2,6। फिर नैक्सट, प्रोबेबिलिटी ऑफ एन ईवेंट ई प्लस प्रोबेबिलिटी ऑफ द ईवेंट नॉट ई इक्वल टू घटना ई की संभावना प्लस घटना ई नहीं की संभावना। तो डायरैक्ट रिजल्ट आ 1 हुंदी है। इस तो इलावा तुसीं याद रखो, किसी असंभव घटना की संभावना 0 हुंदी है, इंपॉसीबल ईवेंट की। निश्चित घटना की 1 हुंदी है, ठीक है, श्योर ईवेंट की। असंभव की 0, निश्चित की 1। तो ई की संभावना प्लस ई नहीं की संभावना, इन्हां दा जोड़ भी 1 हुंदा है। 3 रिजल्ट याद रखने। वट इज़ द प्रोबेबिलिटी दैट एन ऑर्डनरी ईयर हैज़ 53 संडेज। एक गैर लीप साल में 53 ਐਤਵਾਰ होने की की संभावना है। तो देखो संभावना का वैसे फॉर्मूला हुंदा अनुकूल परिणाम वटा कुल परिणाम, नंबर ऑफ फेवरेबल आउटकम्स अपॉन टोटल नंबर ऑफ आउटकम्स। तो आप देखते हैं अनुकूल परिणाम किन्ने 53 ਐਤਵਾਰ होने की। ऑर्डनरी ईयर आ भी लीप साल नहीं है, आम साल आ। तो आम साल च किन्ने दिन होंगे, 365 दिन होंगे। ठीक है, तो 364 दिन, जो 364 आ 7 के पहाड़े से पूरी तरह डिवाइड हो जाता। 364 आ जो 7 के पहाड़े से पूरी तरह वंडिया जाता। यदा मतलब जो 364 दिन आ उन्ना, क्योंकि वह 7 के पहाड़े से वंडिया जाता, मतलब हफ्ते 7 दिन होंगे ना। तो यदा मतलब 364 दिनों जिन्ने भी दिन आ अपने को 52 वार आ जाती है। सारे दिन अपने को, चाहे वह ऐतवार आ, सोमवार आ, मंगलवार आ, 364 दिनों में सारे ही दिन 52 वार आ जाती है। रह गया कि 365वां लास्ट वाला दिन बच गया। तो हुण वो कहते 53 संडे होने की, ठीक है, 53 संडे होने की। 52 संडे तो होने ही होने, गारंटी है, क्योंकि 364 दिनों 52 संडे भी होने, मंडे भी होने, सारे 52 होने। 52 संडे होने की तो गारंटी आ। वो पूछ रहा भी जो 365वां दिन बचिया वो भी संडे होने की संभावना कितनी है। जे वो भी संडे हो गया तो 53 हो जाने ना। 52 तो पक्के हैगे आ। 365वां दिन भी जो संडे हो जाए, यानी कि 53 संडे हो जाए, तो 365वें दिन की संडे होने की कितनी संभावना। तो कहने का मतलब क्वेश्चन बन गया भी कोई भी एक दिन लै लीए आपां, उस दिन के ऐतवार होने की की संभावना, एक आम दिन के ऐतवार होने की की संभावना। तो अपना फॉर्मूला हुंदा अनुकूल परिणाम वटा कुल परिणाम। कुल परिणाम है 7, क्योंकि हफ्ते 7 दिन होंगे आ। अनुकूल परिणाम मतलब जिहदी संभावना पूछी आ वो किन्ने है। तो संडे वाले की पूछी है, संडे वाले किन्ने है, हफ्ते किन्ने बार संडे आंदा, 1 बार। ठीक है, आप सिर्फ हुण ये देखना भी जिहड़ा 365वां दिन आ, वो एक दिन आ, उहदे ऐतवार होने की कितनी संभावना। तो वो जिहड़ा हुण 7वां जिहड़ा 365वां दिन आ, वो कुछ भी हो सकता।
सोमवार मंगलवार बुधवार कुछ भी हो सकता ना, सत्तां चों कुछ भी हो सकता। 7 ਉਹਦੇ ਕੁੱਲ ਪ੍ਰਣਾਮ। ਅਨੁਕੂਲ ਪ੍ਰਣਾਮ ਮਤਲਬ ਚਾਹੀਦਾ ਕੀ ਆ ਆਪਾਂ ਨੂੰ ਸੰਡੇ, ਉਹ 1 ਆ, ਤਾਂ 1/7 ਆ ਜਾਣਾ ਆਪਸ਼ਨ ਨੰਬਰ ਏ। ਫਿਰ ਨੈਕਸਟ ਆਪਣਾ ਕੋਲ ਆ ਡਾਈ ਇਜ਼ ਥਰੋਨ ਵੰਸ, ਵਟ ਵਿਲ ਬੀ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ ਅ ਪ੍ਰਾਈਮ ਨੰਬਰ। ਇੱਕ ਪਾਸੇ ਨੂੰ ਇੱਕ ਵਾਰ ਉਛਾਲਿਆ ਜਾਂਦਾ ਹੈ, ਇੱਕ ਅਭਾਜ ਸੰਖਿਆ ਪ੍ਰਾਪਤ ਕਰਨ ਦੀ ਸੰਭਾਵਨਾ ਕੀ ਹੋਵੇਗੀ। ਤਾਂ ਪਾਸਾ ਜਿਹੜਾ ਜਿੰਨਾ ਲੁੱਡੋ ਖੇਡੀ ਜਾਂਦੀ ਹੈ ਉਹਨੂੰ ਡਾਈਸ ਕਹਿੰਦੇ ਆ ਜਾਂ ਡਾਈ ਕਹਿੰਦੇ ਆ। ਤਾਂ ਉਹਦੇ 'ਤੇ 1 ਤੋਂ ਲੈ ਕੇ 6 ਤੱਕ ਹੁੰਦੇ ਆ ਆਪਣੇ ਕੋਲ ਨੰਬਰ। ਜਦੋਂ ਵੀ ਪਾਸੇ ਵਾਲਾ ਸਵਾਲ ਆਉਂਦਾ ਤਾਂ ਕੁੱਲ ਪ੍ਰਣਾਮ ਟੋਟਲ ਨੰਬਰ ਆਫ ਆਊਟਕਮਸ ਆਪਣੇ ਕੋਲ 6 ਹੋ ਜਾਂਦੇ ਆ। ਵਟਾ ਤਾਂ 6 ਆਉਣਾ ਹੀ ਆਉਣਾ ਪਾਸੇ ਵਾਲੇ ਸਵਾਲ 'ਚ। ਉੱਪਰ ਕੀ ਆਉਣਾ, ਕਿਉਂਕਿ ਸੰਭਾਵਨਾ ਹੁੰਦਾ ਨਾ ਅਨੁਕੂਲ ਪ੍ਰਣਾਮਾਂ ਦੀ ਸੰਖਿਆ ਵਟਾ ਕੁੱਲ ਪ੍ਰਣਾਮਾਂ ਦੀ ਸੰਖਿਆ, ਫੇਵਰੇਬਲ ਨੰਬਰ ਆਫ ਆਊਟਕਮਸ ਅਪੋਨ ਟੋਟਲ ਨੰਬਰ ਆਫ ਆਊਟਕਮਸ। ਤਾਂ ਟੋਟਲ ਤਾਂ 6 ਆਣੇ ਹੀ ਆਣੇ ਆ, ਅਨੁਕੂਲ ਦੇਖਣੇ ਹੁਣ ਫੇਵਰੇਬਲ। ਅਭਾਜ ਸੰਖਿਆ ਪ੍ਰਾਈਮ ਨੰਬਰ, ਤਾਂ 1 ਤੋਂ 6 ਤੱਕ ਪ੍ਰਾਈਮ ਨੰਬਰ ਕਿਹੜੇ ਹੁੰਦੇ ਆ, 2 3 ਅਤੇ 5। ਜਿਹੜੀ ਸੰਖਿਆ 1 ਆ ਉਹ ਨਾ ਤਾਂ ਭਾਜ ਹੁੰਦੀ ਆ ਅਤੇ ਨਾ ਹੀ ਅਭਾਜ, ਨਾ ਪ੍ਰਾਈਮ ਹੁੰਦੀ ਆ ਨਾ ਕੰਪੋਜ਼ਿਟ ਹੁੰਦੀ ਆ, ਧਿਆਨ ਰੱਖਣਾ। 2 3 ਅਤੇ 5 ਇਹ ਹੁੰਦੇ 1 ਤੋਂ 6 ਦੇ ਵਿੱਚ ਪ੍ਰਾਈਮ। ਕਿੰਨੇ ਹੋ ਗਏ, 3 ਹੋ ਗਏ, ਉੱਪਰ ਆ ਜਾਊਗਾ 3। ਜਿਹਦੀ ਪੁੱਛੀ ਆ ਉਹ ਕਿੰਨੇ ਆ, ਉਹ ਆਪਣੇ ਅਨੁਕੂਲ ਹੁੰਦੇ। ਅਭਾਜ ਦੀ ਪੁੱਛੀ ਨਾ, ਭਾਜ ਵਾਲੇ ਕਿੰਨੇ ਆ 3, ਕੁੱਲ ਵਾਲੇ ਕਿੰਨੇ ਆ 6। 3/6 ਕੱਟ ਦਿਓ ਇਹਨੂੰ, 3 ਏਕਮ 3 3 ਦੂਣੀ 6, 1/2 ਆਨਸਰ ਆ ਗਿਆ ਆਪਸ਼ਨ ਨੰਬਰ ਬੀ। ਫਿਰ ਨੈਕਸਟ, ਇਫ p is a prime number and p divides k square where k is a positive integer then p must divide dash। ਜੇਕਰ p ਇੱਕ ਭਾਜ ਸੰਖਿਆ ਹੈ ਤੇ p k ਸਕੁਏਅਰ ਨੂੰ ਭਾਗ ਕਰਦੀ ਹੈ, ਜਿੱਥੇ k ਇੱਕ ਧਨਾਤਮਕ ਸੰਪੂਰਨ ਸੰਖਿਆ ਹੈ ਤਾਂ p ਨਿਸ਼ਚਿਤ ਤੌਰ ਤੇ ਡੈਸ਼ ਨੂੰ ਭਾਗ ਕਰੇਗੀ। ਤਾਂ ਹੁਣ ਦੇਖੋ ਜਿਹੜਾ ਪ੍ਰਾਈਮ ਨੰਬਰ ਹੁੰਦਾ ਭਾਜ ਸੰਖਿਆ, ਇਹਦੀ ਇੱਕ ਪ੍ਰੋਪਰਟੀ ਆ, ਮੰਨ ਲਓ ਇਹ 2 ਨੰਬਰ ਦੀ ਗੁਣਾ ਨੂੰ ਭਾਗ ਕਰ ਰਿਹਾ, a ਗੁਣਾ b ਨੂੰ ਇਹ ਭਾਗ ਕਰਦਾ ਹੈ, ਤਾਂ ਇਹਦਾ ਮਤਲਬ ਇਹ ਜਾਂ ਤਾਂ a ਨੂੰ ਭਾਗ ਕਰੂਗਾ ਅਤੇ ਜਾਂ b ਨੂੰ ਭਾਗ ਕਰੂਗਾ। ਕੋਈ ਵੀ ਪ੍ਰਾਈਮ ਨੰਬਰ ਜੇ 2 ਨੰਬਰ ਦੀ ਗੁਣਾ ਨੂੰ ਭਾਗ ਕਰ ਰਿਹਾ, ਠੀਕ ਹੈ, ਤਾਂ ਇਹਦਾ ਮਤਲਬ ਜਾਂ ਤਾਂ a ਨੂੰ ਭਾਗ ਕਰੂਗਾ ਜਾਂ b ਨੂੰ ਕਰੂਗਾ, ਘੱਟੋ ਘੱਟ ਇੱਕ ਨੂੰ ਤਾਂ ਕਰੂਗਾ, ਠੀਕ ਹੈ। ਹੋ ਸਕਦਾ ਦੋਵਾਂ ਨੂੰ ਵੀ ਕਰ ਜੇ, ਘੱਟੋ ਘੱਟ ਇੱਕ ਨੂੰ ਤਾਂ ਕਰੂਗਾ। ਤਾਂ ਹੁਣ ਆਪਾਂ ਨੂੰ ਕਹਿੰਦੇ ਉਹ k ਸਕੁਏਅਰ ਨੂੰ ਭਾਗ ਕਰ ਰਿਹਾ, ਉਹ p ਡਿਵਾਈਡਸ k ਸਕੁਏਅਰ। k ਸਕੁਏਅਰ ਨੂੰ ਲਿਖ ਸਕਦੇ ਹਾਂ ਆਪਾਂ k ਗੁਣਾ k, k ਦੀ ਘਾਤ 2 ਨੂੰ ਲਿਖ ਸਕਦੇ ਹਾਂ k ਗੁਣਾ k। ਉੱਥੋਂ ਆਪਾਂ ਕਹਿ ਸਕਦੇ ਹਾਂ p ਜਾਂ ਤਾਂ ਪਹਿਲੇ ਨੰਬਰ ਨੂੰ ਕਰੂਗਾ ਅਤੇ ਜਾਂ ਦੂਜੇ ਨੰਬਰ ਨੂੰ ਕਰੂਗਾ। ਦੂਜਾ ਨੰਬਰ ਵੀ ਕੀ ਆ ਇੱਥੇ, k ਹੀ ਆ, ਪਹਿਲਾ ਵੀ k ਆ, ਦੂਜਾ ਵੀ k ਆ। ਸੋ ਇਹਦਾ ਮਤਲਬ p k ਨੂੰ ਭਾਗ ਕਰੂਗਾ, ਫਿਰ ਆਪਸ਼ਨ ਨੰਬਰ b ਆ ਜਾਣਾ ਸੀ। ਤਾਂ ਜੇ p k ਸਕੁਏਅਰ ਨੂੰ k ਦੀ 2 ਨੂੰ ਭਾਗ ਕਰਦਾ ਤਾਂ k ਨੂੰ ਵੀ ਕਰੂਗਾ। ਡਾਇਰੈਕਟ ਰਿਜ਼ਲਟ ਹੈ, ਇੰਪੋਰਟੈਂਟ ਰਿਜ਼ਲਟ ਆ। ਫਿਰ ਨੈਕਸਟ, ਅ ਰੀਅਲ ਨੰਬਰ a is called a zero of the polynomial f of x if ਇੱਕ ਵਾਸਤਵਿਕ ਸੰਖਿਆ a ਬਹੁਪਦ f(x) ਦਾ ਸਿਫਰ ਕਹਾਉਂਦੀ ਹੈ ਜੇਕਰ ਡੈਸ਼ ਹੋਵੇ। ਤਾਂ ਬਹੁਪਦ f(x) ਦਾ ਸਿਫਰ, ਕਿਸੇ ਵੀ ਸੰਖਿਆ ਨੂੰ ਬਹੁਪਦ ਦਾ ਸਿਫਰ ਉਦੋਂ ਕਹਿੰਦੇ ਆ ਜਦੋਂ x ਦੀ ਥਾਂ 'ਤੇ ਉਹ ਭਰ ਕੇ 0 ਆ ਜੀ, ਠੀਕ ਹੈ। ਕਿਸੇ ਵੀ ਸੰਖਿਆ a ਨੂੰ ਬਹੁਪਦ ਦਾ ਸਿਫਰ ਕਦੋਂ ਕਹਾਂਗੇ, ਜਦੋਂ x ਨੂੰ a ਭਰ ਕੇ ਕਿੰਨਾ ਆ ਜੇ, 0 ਆ ਜੇ। ਤਾਂ f of a is equal to 0, x ਦੀ ਥਾਂ 'ਤੇ f of x ਸੀਗਾ ਨਾ, x ਦੀ ਥਾਂ 'ਤੇ ਅਸੀਂ a ਭਰਤਾ, ਆਨਸਰ ਕਿੰਨਾ ਆ ਜੇ 0, ਠੀਕ ਹੈ। ਆਪਸ਼ਨ ਨੰਬਰ ਸੀ ਡਾਇਰੈਕਟ ਡੈਫੀਨੇਸ਼ਨ ਹੀ ਆ ਸਿਫਰ ਦੀ ਜਾਂ 0 ਦੀ, ਕਿ ਕਿਸੇ ਵੀ ਸੰਖਿਆ ਨੂੰ ਆਪਾਂ ਸਿਫਰ ਕਦੋਂ ਕਹਿੰਦੇ ਆ, 0 ਕਦੋਂ ਕਹਿੰਦੇ ਆ, ਜਦੋਂ x ਦੀ ਥਾਂ 'ਤੇ ਉਹ ਭਰ ਕੇ। ਬਹੁਪਦ ਦਾ ਸਿਫਰ ਕਦੋਂ ਕਹਿੰਦੇ ਆ, ਆਮ ਸਿਫਰ ਦੀ ਨਹੀਂ ਗੱਲ ਹੋ ਰਹੀ, ਬਹੁਪਦ ਦਾ ਸਿਫਰ। ਬਹੁਪਦ ਦਾ ਸਿਫਰ ਹੋਣਾ ਤਾਂ x ਦਾ ਉਹ ਮੁੱਲ ਜਿਹਨੂੰ ਬਹੁਪਦ ਵਿੱਚ ਭਰ ਕੇ ਬਹੁਪਦ ਦਾ ਮੁੱਲ 0 ਬਣ ਜੇ, ਆਨਸਰ 0 ਆ ਜੇ, f of a ਬਰਾਬਰ 0। ਫਿਰ ਨੈਕਸਟ, ਫਾਈਂਡ ਸੋਲੂਸ਼ਨ ਆਫ ਦਾ ਲੀਨੀਅਰ ਇਕੁਏਸ਼ਨਸ x + y = 14 ਐਂਡ x - y = 4। ਰੇਖੀ ਸਮੀਕਰਨ ਦੇ ਜੋੜੇ x + y = 14, x - y = 4 ਨੂੰ ਹੱਲ ਕਰੋ। ਤਾਂ ਆਹ ਆਪਣੇ ਕੋਲ 2 ਸਮੀਕਰਨਾਂ, ਆਪਾਂ ਵਿਲੋਪਨ ਵਿਧੀ ਲਾਵਾਂਗੇ, ਐਲੀਮੀਨੇਸ਼ਨ ਮੈਥਡ। ਇਹਦੇ ਵਿੱਚ ਆਪਾਂ ਗੁਣਾਕ ਬਰਾਬਰ ਕਰ ਲਈਦੇ ਹੁੰਦੇ ਆ, ਜਾਂ ਤਾਂ x ਦੇ ਕਰ ਲਓ ਜਾਂ y ਦੇ ਕਰ ਲਓ। y ਦੇ ਪਹਿਲਾਂ ਹੀ ਬਰਾਬਰ ਆ, ਦੇਖੋ ਇੱਥੇ 1 ਆ, x ਦੇ ਵੀ ਬਰਾਬਰ ਆ, y ਦੇ ਵੀ ਬਰਾਬਰ ਆ, ਬਸ ਨਿਸ਼ਾਨ ਦਾ ਹੀ ਫਰਕ ਆ। ਇਹਨਾਂ ਨੂੰ ਆਪਾਂ ਜੋੜ ਦਾਂਗੇ, ਦੋਵੇਂ ਸਮੀਕਰਨਾਂ ਨੂੰ ਜੋੜ ਦਾਂਗੇ। ਤਾਂ ਇੱਥੇ 1 1 ਲਾ ਲਓ, 1x + 1x 2x ਪਲੱਸ y ਅਤੇ -y ਕੱਟਿਆ ਜਾਊਗਾ, 14 ਅਤੇ 4 ਹੋ ਗਏ 18। 2 ਇੱਧਰ ਗੁਣਾ 'ਚ ਉੱਧਰ ਜਾ ਕੇ ਭਾਗ 'ਚ, 18 ਭਾਗ 2 ਕੀਤਾ 9 ਆ ਗਏ। ਇਹ x ਦਾ ਮੁੱਲ ਕਿਸੇ ਵੀ ਸਮੀਕਰਨ 'ਚ ਭਰ ਦਿਓ, ਮੰਨ ਲਓ ਇਹਨੂੰ ਭਰਤਾ ਪਹਿਲੇ 'ਚ, ਤਾਂ 9 + y = 14, ਠੀਕ ਹੈ। y ਨੂੰ 9 ਨੂੰ ਜਦੋਂ ਇੱਧਰ ਲੈ ਜਾਵਾਂਗੇ ਆ ਜਾਊਗਾ ਮਾਈਨਸ ਦਾ, y = 14 - 9 ਕਿੰਨਾ ਆ ਜਾਊਗਾ, 5 ਆ ਜਾਊਗਾ। y ਦਾ ਮੁੱਲ ਮਿਲ ਜਾਊਗਾ 5, x 9 ਆ ਗਿਆ, y 5 ਆ ਗਿਆ, ਆਪਸ਼ਨ ਨੰਬਰ ਏ। ਜਾਂ ਤੁਸੀਂ ਆਪਸ਼ਨ ਤੋਂ ਵੀ ਕਰ ਸਕਦੇ ਸੀ, ਡਾਇਰੈਕਟ ਹੀ ਆਪਸ਼ਨ ਤੋਂ।
ਤੁਸੀਂ ਇਹ ਦੇਖੋ ਵੀ ਕਿਹੜੇ ਇਹ ਚਾਰ ਆਪਸ਼ਨ ਜੋ ਕਿਹੜੇ ਇਹੋ ਜਿਹੇ x ਤੇ y ਹੈਗੇ ਆ ਜਿਨ੍ਹਾਂ ਨੂੰ ਜੋੜ ਕੇ 14 ਆ ਜੇ ਤੇ ਘਟਾ ਕੇ 4 ਆ ਜੇ। ਤਾਂ ਪਹਿਲਾਂ ਟਰਾਈ ਕਰੋ। 9 ਤੇ 5 ਜੋੜ ਕੇ 14 ਆਉਂਦਾ ਹਾਂ। 9 ਚੋਂ 5 ਘਟਾ ਕੇ 4 ਆਉਂਦਾ ਆਪਸ਼ਨ ਇਹੀ ਕਰੈਕਟ ਹੋ ਗਿਆ। ਬਾਕੀਆਂ ਦਾ ਨਹੀਂ ਬਣਨਾ ਸੀ। 5 ਤੇ 9 ਜੋੜ ਕੇ 14 ਆਉਂਦਾ 5 ਚੋਂ 9 ਘਟਾ ਕੇ 4 ਆਉਂਦਾ ਨਹੀਂ ਆਉਂਦਾ, -4 ਆਉਂਦਾ, ਇਹ ਨਹੀਂ ਹੋ ਸਕਦਾ। 7 ਤੇ 7 ਜੋੜ ਕੇ 14 ਆਉਂਦਾ ਹਾਂ, ਪਰ 7 ਚੋਂ 7 ਘਟਾ ਕੇ 4 ਆਉਂਦਾ ਨਹੀਂ ਆਉਂਦਾ, ਇਹ ਵੀ ਗਲਤ ਆ। ਇਸ ਤਰ੍ਹਾਂ 10 ਤੇ 4 14 ਹੋ ਜਾਊਗਾ 10, ਪਰ -4 6 ਹੁੰਦਾ ਨਾ, 4 ਨਹੀਂ ਹੁੰਦਾ, ਇਹ ਵੀ ਗਲਤ ਆ। ਆਪਸ਼ਨ ਤੋਂ ਵੀ ਕਰ ਸਕਦੇ ਹੁੰਦੇ, ਬਹੁਤੇ ਕੁਐਸਚਨ ਤੁਸੀਂ ਆਪਸ਼ਨ ਤੋਂ ਵੀ ਕਰ ਸਕਦੇ ਹੁੰਦੇ। ਜਾਂ ਤਾਂ ਐਲੀਮੀਨੇਸ਼ਨ ਮੈਥਡ ਪ੍ਰੋਪਰ ਲਾ ਲਓ, ਵਿਲੋਪਨ ਵਿਧੀ, ਨਹੀਂ ਤਾਂ ਆਪਸ਼ਨ ਤੋਂ ਦੇਖ ਲਓ। ਤਾਂ ਆਪਸ਼ਨ ਏ ਕਰੈਕਟ ਆ ਗਈ। ਫਿਰ ਨੈਕਸਟ ਟਰੂ ਫਾਲਸ। √5 - 3 - 2 ਇਜ਼ ਅ ਰੈਸ਼ਨਲ ਨੰਬਰ। ਵਰਗਮੂਲ 5 - 3 - 2 ਇੱਕ ਪਰਮੇਜ ਸੰਖਿਆ ਹੈ। ਤਾਂ ਕੀ ਹੁੰਦਾ ਜਦੋਂ ਵੀ ਇੱਕ ਅਭਾਜ ਸੰਖਿਆ ਦੇ ਉੱਪਰ ਪ੍ਰਾਈਮ ਨੰਬਰ ਦੇ ਉੱਪਰ ਰੂਟ ਆ ਜੇ, ਵਰਗਮੂਲ ਆ ਜੇ, ਉਹ ਹੁੰਦੀ ਆ ਅਪਰਮੇਜ, ਇਰਰੈਸ਼ਨਲ ਨੰਬਰ ਹੁੰਦਾ। ਕੀ ਹੁੰਦਾ ਉਹ? ਇਰਰੈਸ਼ਨਲ। ਠੀਕ ਹੈ, ਇਹਦਾ ਮਤਲਬ ਵਰਗਮੂਲ 5 ਤਾਂ ਅਪਰਮੇਜ ਆ, ਇਰਰੈਸ਼ਨਲ ਆ। ਤੇ ਆ -3 - 2 -5 ਹੋ ਜਾਣਾ। ਵਰਗਮੂਲ 5 - 5 ਆ ਅਪਰਮੇਜ ਆ, ਅਪਰਮੇਜ ਆ, ਇਰਰੈਸ਼ਨਲ ਰੈਸ਼ਨਲ। ਜਦੋਂ ਅਪਰਮੇਜ ਵਿੱਚ ਪਰਮੇਜ ਜੋੜਦੇ ਆ ਤਾਂ ਉਹ ਅਪਰਮੇਜ ਬਣਦਾ ਹੁੰਦਾ। ਠੀਕ ਹੈ, ਇਰਰੈਸ਼ਨਲ ਵਿੱਚ ਰੈਸ਼ਨਲ ਜੋੜਦੇ ਆ ਤਾਂ ਇਰਰੈਸ਼ਨਲ ਆਊਗਾ। ਅਪਰਮੇਜ ਵਿੱਚ ਪਰਮੇਜ ਜੋੜਨ ਤੇ ਅਪਰਮੇਜ ਪ੍ਰਾਪਤ ਹੁੰਦਾ। ਜੋੜਨ ਤੇ ਜਾਂ ਘਟਾਉਣ ਤੇ ਵੀ, ਜੋੜਨ ਜਾਂ ਘਟਾਉਣ ਤੇ। ਤਾਂ ਆਨਸਰ ਆਉਣਾ ਸੀ ਅਪਰਮੇਜ, ਪਰ ਇਹ ਕਹਿ ਰਿਹਾ ਪਰਮੇਜ, ਸੋ ਗਲਤ ਹੋ ਗਿਆ। ਅਪਰਮੇਜ ਆਉਣਾ ਸੀ ਇਰਰੈਸ਼ਨਲ ਨੰਬਰ। ਵਰਗਮੂਲ ਦੇ ਅੰਦਰ ਦੇਖੋ ਭਾਜ ਸੰਖਿਆ ਆ ਗਈ, ਅਪਰਮੇਜ ਹੋ ਗਿਆ। ਅਪਰਮੇਜ ਵਿੱਚ ਜਦੋਂ ਪਰਮੇਜ ਜੋੜੋਗੇ ਜਾਂ ਘਟਾਓਗੇ ਤਾਂ ਉਹਨੇ ਅਪਰਮੇਜ ਹੀ ਰਹਿਣਾ, ਇਰਰੈਸ਼ਨਲ ਹੀ ਰਹਿਣਾ, ਪਰ ਇਹ ਕਹਿ ਰਹੇ ਆ ਪਰਮੇਜ, ਸੋ ਗਲਤ ਆ। ਫਿਰ ਨੈਕਸਟ, x² + 2x = 3 ਇਜ਼ ਅ ਲੀਨੀਅਰ ਪੋਲੀਨੋਮੀਅਲ। x ਦੀ 2 + 2x = 3 ਇੱਕ ਰੇਖੀ ਬਹੁਪਦ ਹੈ। ਤਾਂ ਰੇਖੀ ਬਹੁਪਦ ਕਿਹੜੀ ਹੁੰਦੀ ਆ ਜਾਂ ਲੀਨੀਅਰ ਪੋਲੀਨੋਮੀਅਲ ਜਿਸ 'ਚ x ਦੀ ਵੱਡੀ ਤੋਂ ਵੱਡੀ ਘਾਤ 1 ਹੋਵੇ, ਪਰ ਇਹਦੇ 'ਚ x ਦੀ ਵੱਡੀ ਤੋਂ ਵੱਡੀ ਘਾਤ ਕਿੰਨੀ ਆ? 2 ਆ। ਸੋ ਇਹ ਰੇਖੀ ਨਹੀਂ ਗੀ, ਇਹ ਤਾਂ ਦੋ ਘਾਤੀ ਬਹੁਪਦ ਆ। ਇੰਗਲਿਸ਼ 'ਚ ਇਹਨੂੰ ਕਹਾਂਗੇ ਕੁਆਡਰੇਟਿਕ ਪੋਲੀਨੋਮੀਅਲ। ਦਿਸ ਇਜ਼ ਕੁਆਡਰੇਟਿਕ ਪੋਲੀਨੋਮੀਅਲ, ਨਾਟ ਲੀਨੀਅਰ ਪੋਲੀਨੋਮੀਅਲ। ਸੋ ਇਹ ਵੀ ਗਲਤ ਹੋ ਗਿਆ। ਦ ਪ੍ਰੋਬੇਬਿਲਿਟੀ ਆਫ ਅ ਸ਼ੋਰ ਇਵੈਂਟ ਇਜ਼ 1। ਕਿਸੇ ਨਿਸ਼ਚਿਤ ਘਟਨਾ ਦੇ ਵਾਪਰਨ ਦੀ ਸੰਭਾਵਨਾ 1 ਹੁੰਦੀ ਹੈ। ਤਾਂ ਆਪਾਂ ਪਿੱਛੇ ਡਿਸਕਸ ਕੀਤਾ ਸੀ, ਅਸੰਭਵ ਦੀ 0, ਨਿਸ਼ਚਿਤ ਦੀ 1, ਇੰਪੋਸੀਬਲ ਦੀ 0, ਸ਼ੋਰ ਦੀ 1। ਬਿਲਕੁਲ ਸਹੀ ਹੈ। ਨੈਕਸਟ, ਅ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਇਜ਼ ਸੈਡ ਟੂ ਬੀ ਕੰਸਿਸਟੈਂਟ ਇਫ ਇਟ ਹੈਜ਼ ਐਟਲੀਸਟ 1 ਸੋਲੂਸ਼ਨ। ਰੇਖੀ ਸਮੀਕਰਨ ਦੇ ਜੋੜੇ ਨੂੰ ਸੰਗਤ ਕਿਹਾ ਜਾਂਦਾ ਹੈ ਜੇਕਰ ਇਸ ਦਾ ਘੱਟੋ ਘੱਟ ਇੱਕ ਹੱਲ ਹੋਵੇ। ਅਗੇਨ ਬਿਲਕੁਲ ਸਹੀ ਆ। ਜੇ ਇੱਕ ਵੀ ਹੱਲ ਹੈਗਾ, ਘੱਟੋ ਘੱਟ ਇੱਕ ਹੱਲ, ਆਪਾਂ ਕਹਾਂਗੇ ਕੰਸਿਸਟੈਂਟ ਆ, ਸੰਗਤ। ਜੇ ਕੋਈ ਹੱਲ ਨਹੀਂ ਆ ਜੇ, ਨੋ ਸੋਲੂਸ਼ਨ, ਠੀਕ ਹੈ, ਕੋਈ ਵੀ ਹੱਲ ਨਹੀਂ ਹੋਵੇ, ਫਿਰ ਆਪਾਂ ਕਹਿੰਦੇ ਹਾਂ ਇਨਕਨਸਿਸਟੈਂਟ, ਅਸੰਗਤ। ਫਿਰ ਅਸੰਗਤ ਕਹਿੰਦੇ ਹਾਂ। ਇੱਕ ਹੱਲ ਹੋਵੇ ਜਾਂ ਅਨੇਕਾਂ ਹੱਲ ਹੋਣ, ਹੱਲ ਹੋਵੇ ਕੋਈ ਨਾ ਕੋਈ, ਤਾਂ ਫਿਰ ਸੰਗਤ ਕਹਿਣਾ ਆਪਾਂ, ਕੰਸਿਸਟੈਂਟ ਕਹਿਣਾ ਜਦੋਂ ਕੋਈ ਹੱਲ ਹੋਵੇ। ਜੇ ਕੋਈ ਹੱਲ ਹੋਵੇ ਹੀ ਨਾ, ਕੋਈ ਹੱਲ ਨਹੀਂ ਹੋਵੇ, ਤਾਂ ਫਿਰ ਅਸੰਗਤ, ਇਨਕਨਸਿਸਟੈਂਟ ਕਹਿਣਾ। ਫਿਰ ਨੈਕਸਟ, ਦ ਪੇਅਰ ਆਫ ਲੀਨੀਅਰ ਇਕੁਏਸ਼ਨ a1x + b1y + c1 = 0 ਐਂਡ a2x + b2y + c2 = 0 ਹੈਜ਼ ਐਗਜ਼ੈਕਟਲੀ 1 ਸੋਲੂਸ਼ਨ ਇਫ a1/b1 = a2/a2। ਤਾਂ ਦੇਖੋ ਆਪਾਂ ਪਿੱਛੇ ਦੇਖਿਆ ਸੀ, ਇੱਕ ਹੱਲ ਦਾ ਵਾਲੀ ਐਗਜ਼ੈਕਟਲੀ 1 ਸੋਲੂਸ਼ਨ ਜਾਂ ਇੱਕ ਹੱਲ ਹੈ ਵਾਲੀ ਕੀ ਕੰਡੀਸ਼ਨ ਹੁੰਦੀ ਆ? ਜਦੋਂ a1/a2 ਨਹੀਂ ਬਰਾਬਰ ਹੈ b1/b2 ਆਏ। ਠੀਕ ਹੈ, ਨਹੀਂ ਬਰਾਬਰ ਦਾ ਨਿਸ਼ਾਨ ਆਉਣਾ ਚਾਹੀਦਾ ਸੀ। ਇੱਥੇ ਬਰਾਬਰ ਦਾ ਨਿਸ਼ਾਨ ਆ, ਬਾਕੀ ਵੀ ਕੋਈ a2/ ਇੱਥੇ b2 ਚਾਹੀਦਾ ਸੀਗਾ। ਠੀਕ ਹੈ, ਆ ਤਾਂ ਆਪਾਂ ਚਲੋ ਇੰਟਰਚੇਂਜ ਕਰ ਦਿੰਦੇ, b1 ਇੱਧਰ ਲਿਆਂਦੇ, a2 ਨੂੰ ਇੱਧਰ ਭੇਜ ਦਿੰਦੇ। a1/b1 ਨਹੀਂ ਬਰਾਬਰ ਹੈ a2/b2 ਬਣ ਜਾਣਾ ਸੀ, ਪਰ ਨਹੀਂ ਬਰਾਬਰ ਹੈ, ਬਰਾਬਰ ਪਾ ਕੇ ਵਿੱਚ ਡੰਡੀ ਲਾਣੀ ਹੈ, ਨਹੀਂ ਬਰਾਬਰ ਹੈ, ਪਰ ਇਹ ਬਰਾਬਰ ਹੈ ਕਹਿ ਰਹੇ ਆ, ਸੋ ਗਲਤ ਆਉਣਾ ਸੀ ਇਹਦਾ ਵੀ। ਫਿਰ ਨੈਕਸਟ ਹੈ, a sweet seller has 420 kaju burfis and 130 badam burfis. She wants to stack them in such a way that each stack has the same number of burfis and they take up the least area of the tree. What is the number of burfis that can be placed in each stack for this purpose? ਇੱਕ ਮਠਿਆਈ ਵਿਕਰੇਤਾ ਕੋਲ 420 ਕਾਜੂ ਦੀਆਂ ਬਰਫੀਆਂ ਅਤੇ 130 ਬਦਾਮ ਦੀਆਂ ਬਰਫੀਆਂ ਹਨ। ਉਹ ਉਹਨਾਂ ਦੀਆਂ ਢੇਰੀਆਂ ਬਣਾਉਣਾ ਚਾਹੁੰਦਾ ਹੈ ਕਿ ਹਰ ਇੱਕ ਢੇਰੀ ਵਿੱਚ ਬਰਫੀਆਂ ਦੀ ਗਿਣਤੀ ਬਰਾਬਰ ਰਹੇ ਅਤੇ ਇਹ ਢੇਰੀਆਂ ਬਰਫੀ ਦੀ ਪਰਾਤ ਵਿੱਚ ਘੱਟ ਤੋਂ ਘੱਟ ਸਥਾਨ ਘੇਰਨ। ਇਸ ਕੰਮ ਲਈ ਹਰ ਇੱਕ ਢੇਰੀ ਵਿੱਚ ਕਿੰਨੀਆਂ ਬਰਫੀਆਂ ਰੱਖੀਆਂ ਜਾ ਸਕਦੀਆਂ ਹਨ? ਤਾਂ ਦੇਖੋ 420 ਕਾਜੂ ਦੀਆਂ ਬਰਫੀਆਂ ਅਤੇ 130 ਬਦਾਮ ਦੀਆਂ ਬਰਫੀਆਂ। ਇਸ ਤਰ੍ਹਾਂ ਢੇਰੀਆਂ ਬਣਾਉਣੀਆਂ ਕਿ ਹਰ ਢੇਰੀ 'ਚ ਬਰਫੀਆਂ ਦੀ ਗਿਣਤੀ ਬਰਾਬਰ ਆਵੇ
ਤਾਂ ਆਪਾਂ ਦੱਸਣਾ ਕਿ ਇਸ ਕੰਮ ਲਈ ਹਰ ਢੇਰੀ 'ਚ ਕਿੰਨੀਆਂ ਬਰਫੀਆਂ ਰੱਖੀਆਂ ਜਾ ਸਕਦੀਆਂ। ਤਾਂ ਇਸ ਤਰ੍ਹਾਂ ਦੇ ਕੁਐਸਚਨ 'ਚ ਆਪਾਂ ਕੀ ਕਰਨਾ ਹੁੰਦਾ, ਆਪਾਂ ਨੂੰ ਇਸ ਤਰ੍ਹਾਂ ਦਾ ਨੰਬਰ ਚਾਹੀਦਾ ਜਿਹੜਾ ਇਹ ਦੋਵਾਂ 'ਤੇ ਭਾਗ ਹੋ ਜੇ। ਇਸ ਤਰ੍ਹਾਂ ਦਾ ਨੰਬਰ ਲੱਭੋ, ਵੱਡੇ ਤੋਂ ਵੱਡਾ ਤਾਂ ਚਾਹੀਦਾ ਵੀ ਘੱਟ ਤੋਂ ਘੱਟ ਜਗ੍ਹਾ ਕੇ, ਤਾਂ 420 ਅਤੇ 130 ਦੋਨਾਂ 'ਤੇ ਭਾਜ ਹੋ ਜੇ ਜਿਹੜਾ। ਤਾਂ ਇਸ ਤਰ੍ਹਾਂ ਦਾ ਨੰਬਰ ਆਪਾਂ ਪਤਾ ਕਰ ਲਈ, ਇਹਨਾਂ ਦਾ ਪਤਾ ਕਰਾਂਗੇ SCF, ਮੰਮਾ ਸਸਾਵਾ ਵਾ, ਹਾਈਐਸਟ ਕਾਮਨ ਫੈਕਟਰ ਜਿਹਨੂੰ ਕਹਿੰਦੇ। ਤਾਂ 130 ਅਤੇ 420 ਦਾ ਤੁਸੀਂ SCF ਲੱਭਣਾ। ਤਾਂ ਆਪਣੇ ਕੋਲ ਦੋ ਮੈਥਡ ਹੁੰਦੇ ਆ। ਦੇਖੋ, ਇੱਕ ਤਾਂ ਹੈਗਾ ਯੂਕਲਿਡ ਵੰਡ ਐਲਗੋਰਿਦਮ, ਡਿਵਾਈਡ ਕਰਕੇ ਉਹ ਮੈਥਡ ਹੁੰਦਾ। ਇੱਕ ਪ੍ਰਾਈਮ ਫੈਕਟਰਾਈਜੇਸ਼ਨ ਵੀ ਆ, ਭਾਜ ਗੁਣਨਖੰਡ ਵਿਧੀ, ਜਾਂ ਵੈਸੇ ਵੀ ਆਈਡੀਆ ਲਾ ਸਕਦੇ ਹੋ ਕਿ ਵੱਡੇ ਤੋਂ ਵੱਡਾ ਇਹੋ ਜਿਹਾ ਨੰਬਰ ਕਿਹੜਾ ਹੋਊਗਾ ਜਿਹੜਾ ਦੋਵਾਂ ਨੂੰ ਭਾਗ ਕਰ ਜਾਊਗਾ, ਜਿਵੇਂ ਮਰਜ਼ੀ ਕਰ ਲਓ। ਚਲੋ ਪਹਿਲਾਂ ਆਪਾਂ ਯੂਕਲਿਡ ਨਾਲ ਕਰਦੇ ਹਾਂ, ਯੂਕਲਿਡ ਵੰਡ ਐਲਗੋਰਿਦਮ ਨਾਲ। 420 ਨੂੰ 130 ਤੇ ਭਾਗ ਕਰ ਦਿਓ ਪਹਿਲਾਂ, ਇਹ ਜਾਊਗਾ 3 ਤੇ 390 ਆ ਗਿਆ, 30 ਆਉਣਾ ਸੀ ਬਾਕੀ। ਹੁਣ ਆਹੀ ਜਿਹੜਾ ਜਿਹਦੇ ਨਾਲ ਭਾਗ ਕੀਤਾ ਹੁਣ ਉਹੀ ਅੰਦਰ ਆ ਜਾਊਗਾ, 130 ਇੱਥੇ ਆ ਜਾਊਗਾ। ਹੁਣ 30 ਚੌਕਾ 120, ਬਾਕੀ 10 ਆ ਗਿਆ। ਹੁਣ ਜਿਹੜਾ ਇੱਥੇ ਬਾਹਰ ਸੀ ਅਗੇਨ ਅੰਦਰ ਆ ਜਾਊਗਾ, 10 30 30। ਤਾਂ ਕਿਹਨੇ ਪੂਰਾ ਵੰਡਤਾ? 10 ਨੇ। ਸੋ SCF ਕਿੰਨਾ ਆ ਗਿਆ ਆਪਣਾ? 10 ਆ ਗਿਆ। ਮੰਮਾ ਸਸਾਵਾ 10 ਆਨਸਰ ਆਉਣਾ ਚਾਹੀਦਾ ਇੱਥੇ। ਜਾਂ ਪ੍ਰਾਈਮ ਫੈਕਟਰਾਈਜੇਸ਼ਨ ਵੀ ਹੁੰਦੀ ਹੈ, ਇਹਨਾਂ ਦੇ ਪ੍ਰਾਈਮ ਫੈਕਟਰ ਬਣਾ ਸਕਦੇ ਹਾਂ, ਭਾਜ ਗੁਣਨਖੰਡ ਉਵੇਂ ਵੀ ਆ ਜਾਊਗਾ। ਜਾਂ ਵੈਸੇ ਵੀ ਆਈਡੀਆ ਲਾਓ, ਦੇਖੋ 420 ਨੂੰ ਲਿਖ ਸਕਦੇ ਹਾਂ 42 ਗੁਣਾ 10, ਵੈਸੇ ਹੀ ਕਾਮਨ ਸੈਂਸ ਲਾਣੀ ਹੋਵੇ। 130 ਨੂੰ 13 ਗੁਣਾ 10। ਇਹਨਾਂ 'ਚ ਤਾਂ ਕੋਈ ਸਾਂਝਾ ਆਉਣਾ ਨਹੀਂ, ਇਸ ਤਰ੍ਹਾਂ ਦਾ ਤਾਂ ਕੋਈ ਪਹਾੜਾ ਹੈ ਨਹੀਂ ਜਿਹਦੇ 'ਚ 13 ਵੀ ਆਵੇ ਅਤੇ 42 ਵੀ ਆਵੇ। ਤਾਂ ਸਾਂਝਾ ਕਿਹੜਾ ਰਹਿ ਗਿਆ? 10 ਹੀ ਰਹਿ ਗਿਆ। 10 ਦਾ ਹੀ ਇੱਕ ਪਹਾੜਾ ਇਸ ਤਰ੍ਹਾਂ ਦਾ ਜਿਹਦੇ 'ਚ ਆਹ ਵੀ ਵਾਲੀ ਸੰਖਿਆ ਵੀ ਆ ਜਾਊਗੀ 420 ਵਾਲੀ ਅਤੇ 130 ਵਾਲੀ ਵੀ ਆ ਜਾਊਗੀ। ਇਹਨਾਂ ਨੇ ਤਾਂ ਸਾਂਝਾ ਆਉਣਾ ਨਹੀਂ ਕਿਸੇ ਪਹਾੜੇ 'ਚ। ਸੋ ਇਹਨਾਂ 'ਚੋਂ ਦੇਖ ਲਓ। ਸੋ 10 ਦੇ ਪਹਾੜੇ 'ਚ ਆਉਣਗੀਆਂ। ਸੋ ਆਪਸ਼ਨ ਨੰਬਰ ਆਪਾਂ ਦੇਖ ਲੈਂਦੇ ਹਾਂ ਕਿਹੜਾ ਬਣਨਾ। ਆਪਸ਼ਨ ਨੰਬਰ C ਬਣ ਜਾਣਾ ਕਿ 10 ਉਹ ਇਸ ਤਰ੍ਹਾਂ ਦੀਆਂ ਹਰ ਢੇਰੀ 'ਚ ਇੰਨੀਆਂ ਬਰਫੀਆਂ ਰੱਖੂਗਾ। ਇੱਕ ਢੇਰੀ 'ਚ ਕਿੰਨੀਆਂ ਬਰਫੀਆਂ ਰੱਖੂਗਾ? ਫਿਰ 10 ਰੱਖੂਗਾ। ਫਿਰ ਨੈਕਸਟ ਹੈ ਆਪਣੇ ਕੋਲ ਫਾਈਂਡ ਦਾ SCF ਆਫ 26 ਐਂਡ 91, 26 ਅਤੇ 91 ਦਾ ਮੰਮਾ ਸਸਾਵਾ ਪਤਾ ਕਰੋ। ਤਾਂ SCF ਜਾਂ ਮੰਮਾ ਸਸਾਵਾ ਪਤਾ ਕਰਨ ਦੇ ਦੋ ਮੈਥਡ ਆ। ਜਾਂ ਤਾਂ ਦੇਖੋ ਜਿਵੇਂ ਪਿੱਛੇ ਕੀਤਾ ਆਪਾਂ, ਯੂਕਲਿਡ ਵੰਡ ਐਲਗੋਰਿਦਮ ਲਾ ਦਿਓ, ਜਾਂ ਭਾਜ ਗੁਣਨਖੰਡ ਵਿਧੀ ਲਾ ਲਓ, ਜਾਂ ਵੈਸੇ ਹੀ ਆਈਡੀਆ ਲਾ ਲਓ ਕਿ ਕਿਹੜਾ ਇਸ ਤਰ੍ਹਾਂ ਦਾ ਵੱਡੇ ਤੋਂ ਵੱਡਾ ਪਹਾੜਾ ਜਿਹਦੇ 'ਚ 26 ਵੀ ਆਵੇ ਅਤੇ 91 ਵੀ ਆਵੇ। ਆਪਸ਼ਨ 'ਚੋਂ ਦੇਖ ਕੇ ਸਿੱਧਾ ਹੀ ਆਈਡੀਆ ਲਾ ਲਓ। ਜੇ ਸਿੱਧਾ ਹੀ ਲਾਉਣਾ ਤਾਂ ਦੇਖੋ 13 ਆਊਗਾ, 13 ਦੇ ਪਹਾੜੇ 26 ਵੀ ਆਉਂਦਾ ਅਤੇ 91 ਵੀ ਆਉਂਦਾ। ਠੀਕ ਹੈ, 7 ਦੇ ਪਹਾੜੇ 13 ਕਿੱਥੋਂ ਆਉਂਦਾ? ਆਉਣਾ ਹੀ ਨਹੀਂ। 182 ਤਾਂ ਦੋਵਾਂ ਤੋਂ ਹੀ ਵੱਡਾ, ਇਹਨਾਂ ਦੇ ਪਹਾੜੇ ਤਾਂ ਕੁਛ ਵੀ ਨਹੀਂ ਆਉਣਾ। 0 ਦੀ ਤਾਂ ਆਪਾਂ ਫਿਰ ਗੱਲ ਹੀ ਨਹੀਂ ਕਰਦੇ। ਠੀਕ ਹੈ, ਆਪਾਂ ਸਿਰਫ ਇੱਕ ਤੋਂ ਹੀ ਸ਼ੁਰੂ ਕਰਦੇ ਹਾਂ। SCF ਇੱਕ ਤਾਂ ਹੁੰਦਾ ਹੀ ਆ ਨਾ, 0 ਨਹੀਂ ਕਦੇ ਹੁੰਦਾ। ਤਾਂ ਜੇ ਤਾਂ ਕਾਮਨ ਸੈਂਸ ਲਾਓਗੇ ਆਪਸ਼ਨ ਤੋਂ ਸਿੱਧਾ ਹੀ 13 ਆ ਜਾਊਗਾ। ਜੇ ਆਪਸ਼ਨ ਵੱਲ ਤੁਸੀਂ ਨਹੀਂ ਧਿਆਨ ਦਿੱਤਾ ਸੀ, ਵੈਸੇ ਹੀ ਕਰਨਾ ਸੀ ਤਾਂ ਨਹੀਂ ਤਾਂ ਆਪਾਂ ਯੂਕਲਿਡ ਵੰਡ ਐਲਗੋਰਿਦਮ ਵੀ ਲਾ ਸਕਦੇ ਹਾਂ, ਜਿਵੇਂ ਪਿਛਲੇ 'ਚ ਲਾਇਆ ਸੀ। 91 ਨੂੰ 26 ਤੇ ਭਾਗ ਕਰਦੇ ਹਾਂ, 26 30 78 ਆ ਗਏ 13। ਫਿਰ ਆਹ ਵਾਲੀ ਚੀਜ਼ ਹੁਣ ਅੰਦਰ ਆ ਜਾਣੀ ਹੈ। ਤਾਂ ਇਹ 13 ਤੋਂ 26, ਤਾਂ 13 ਨੇ ਪੂਰਾ ਭਾਗ ਕਰਤਾ, 13 ਆਪਣਾ SCF ਆ ਗਿਆ। ਅਤੇ ਜਾਂ ਤੁਸੀਂ ਪ੍ਰਾਈਮ ਫੈਕਟਰ ਵੀ ਬਣਾ ਸਕਦੇ ਹੋ, ਜਿਵੇਂ 26 ਦੇ ਬਣਾ ਲਓ ਪਹਿਲਾਂ, ਇਹ 2 ਤੇ ਗਿਆ, 13 ਭਾਜ ਆਪਦੇ ਆਪ 'ਤੇ ਜਾਊਗਾ। ਫਿਰ 91 ਦੇ ਬਣਾ ਲਓ, ਇਹਨੇ ਪਹਿਲਾਂ 7 ਤੇ ਜਾਣਾ, ਫਿਰ 13 ਭਾਜ ਆਪਦੇ ਆਪ 'ਤੇ ਜਾਊਗਾ। ਸੋ ਇਹ ਹੈਗਾ 2 ਗੁਣਾ 13, 26 ਹੈਗਾ ਆਪਣੇ ਕੋਲ 2 ਗੁਣਾ 13, 91 ਹੈਗਾ 7 ਗੁਣਾ 13। ਸਾਂਝਾ ਦੇਖ ਲਓ ਕਿਹੜਾ ਗੁਣਨਖੰਡ ਆ, ਸਾਂਝਾ ਹੈਗਾ 13। ਸੋ ਜਿਵੇਂ ਮਰਜ਼ੀ ਕਰ ਲਓ, 3 ਮੈਥਡ ਨਾਲ ਕਰ ਲਿਆ। ਆਪਸ਼ਨ ਤੋਂ ਵੀ ਦੇਖ ਸਕਦੇ ਹੋ, ਯੂਕਲਿਡ ਵੰਡ ਐਲਗੋਰਿਦਮ ਨਾਲ ਵੀ ਅਤੇ ਅਭਾਜ ਗੁਣਨਖੰਡ ਵਿਧੀ ਨਾਲ ਵੀ, ਯਾਨੀ ਕਿ ਪ੍ਰਾਈਮ ਫੈਕਟਰਾਈਜੇਸ਼ਨ ਵਿਧੀ ਨਾਲ ਵੀ। ਸੋ ਆਪਸ਼ਨ ਨੰਬਰ A ਆ ਜਾਣਾ, ਜਿਵੇਂ ਮਰਜ਼ੀ ਕਰ ਲਓ। ਫਿਰ ਨੈਕਸਟ ਫਾਈਂਡ ਅ ਕੁਆਡਰੇਟਿਕ ਪੋਲੀਨੋਮੀਅਲ ਹੂ ਸਮ ਐਂਡ ਪ੍ਰੋਡਕਟ ਆਫ ਜ਼ੀਰੋਜ਼ ਆਰ -3 ਐਂਡ 2 ਰਿਸਪੈਕਟਿਵਲੀ। ਇੱਕ ਦੋ ਘਾਤੀ ਬਹੁਪਦ ਪਤਾ ਕਰੋ ਜਿਸ ਦੇ ਸਿਫਰਾਂ ਦਾ ਜੋੜ ਅਤੇ ਗੁਣਨਫਲ ਕ੍ਰਮਵਾਰ -3 ਅਤੇ 2 ਹੈ। ਤਾਂ ਦੋ ਘਾਤੀ ਬਹੁਪਦ ਦਾ ਤੁਸੀਂ ਡਾਇਰੈਕਟ ਫਾਰਮੂਲਾ ਯਾਦ ਰੱਖ ਸਕਦੇ ਹੋ। x ਦੀ 2 ਮਾਈਨਸ ਸਿਫਰਾਂ ਦਾ ਜੋੜ x ਪਲੱਸ ਸਿਫਰਾਂ ਦੀ ਗੁਣਾ। x ਦੀ 2 ਮਾਈਨਸ ਸਿਫਰਾਂ ਦਾ ਜੋੜ ਬ੍ਰੈਕਟ ਪਾ ਕੇ x ਪਲੱਸ ਕਰ ਦਿਓ ਸਿਫਰਾਂ ਦੀ ਗੁਣਾ। ਇਹ ਡਾਇਰੈਕਟ ਦੋ ਘਾਤੀ ਬਹੁਪਦ ਦਾ ਫਾਰਮੂਲਾ। x ਦੀ 2 ਮਾਈਨਸ ਸਮ ਆਫ ਜ਼ੀਰੋਸ ਇੰਟੂ x ਪਲੱਸ ਪ੍ਰੋਡਕਟ ਆਫ ਜ਼ੀਰੋਸ। ਤਾਂ ਸਿਫਰਾਂ ਦਾ ਜੋੜ ਕਿੰਨਾ ਦਿੱਤਾ ਹੋਇਆ ਆਪਾਂ ਨੂੰ, ਉਹ ਭਰ ਦਿੰਦੇ ਹਾਂ ਇੱਥੇ। ਉਹ ਦਿੱਤਾ -3 ਭਰ ਦਿਓ ਇੱਥੇ। ਸਿਫਰਾਂ ਦੀ ਗੁਣਾ ਕਿੰਨੀ ਦਿੱਤੀ ਆ, ਉਹ ਦਿੱਤੀ ਆ 2, ਇੱਥੇ 2 ਭਰ ਦਿਓ। ਆ ਮਾਈਨਸ ਮਾਈਨਸ ਪਲੱਸ ਹੋ ਜਾਊਗਾ, x ਦੀ 2 ਪਲੱਸ 3x ਪਲੱਸ 2, ਆ ਆਪਣਾ ਬਣ ਗਿਆ। ਆਪਸ਼ਨ ਨੰਬਰ C ਬਣ ਗਈ। ਸੋ ਡਾਇਰੈਕਟ ਫਾਰਮੂਲਾ ਯਾਦ ਰੱਖੋ, ਜੇ ਸਿਫਰਾਂ ਦਾ ਜੋੜ ਅਤੇ ਸਿਫਰਾਂ ਦੀ ਗੁਣਾ ਦਿੱਤੀ ਹੋਵੇ
तो दो घाती बहुपद की होंगी है एक्स की दो माइनस सिफर का जोड़ एक्स प्लस सिफर की गुणा। बस इत्थे मुल भरता, आप इत्थे मुल भरता तो इत्थे मुल भरता, दोवां का मुल भरता, माइनस माइनस प्लस हो गया। तो ध्यान रखना सी कईयां ने काली चेल आ जाना सी। तो ऑप्शन नंबर सी आ गया। फिर नैक्सट विच आर द जीरोज ऑफ द पी ऑफ एक्स इक्वल टू एक्स स्केयर माइनस 2x माइनस 8। हेठ दित्तियां विचों पी ऑफ एक्स बराबर एक्स की दो माइनस 2x माइनस 8 दियां सिफरां दसो। तो ये आपां सिफरां दसनियां, इहनूं सॉल्व करना। तो आपां इह च जिहड़ी विचकारली रकम आ मिडल टर्म आ सपलिट करांगे उहनूं। इहनूं इस तरीके नाल सपलिट करना हुंदा, देखो कि जोड़ घटाओ करके विचकारला ही आवे, माइनस 2 ही आवे जोड़ घटाओ करके, ठीक है। तो गुणा करके की आवे, जो पहले तो लास्ट वाले नूं गुणा करके आ रहा, पहले तो अगे क्वेश्चन से 1 ला लो, पहले तो लास्ट वाले नूं गुणा करके की आ रहा माइनस 8, गुणा करके आवे माइनस 8। इस तरह के दो नंबर लभो कि जोड़ करके या घटाओ करके माइनस 2 आवे, गुणा करके माइनस 8, तो होणगे माइनस 4 तो 2। तो विचकारली रकम नूं आपां इस तरह तोड़ के लिख लांगे माइनस 4x प्लस 2x बराबर 0 भी रख दो इहनूं, क्योंकि जो सिफरां लभणियां ना बराबर 0 रख दी। पहले दोवां चों साझा लो, आखिरी दोवां चों साझा लो, आखिरी दोवां चों साझा 2 आ गया। फिर ओवरऑल साझा ला लो, ਜਾਂ पहला 0 होगा, देखो दो चीज़ों की गुणा 0 आ, ਜਾਂ पहला 0 हो, ਜਾਂ ਤਾਂ ਆ 0 हो, ਜਾਂ ਆ 0। जे पहले नूं 0 के बराबर रख दीए इतों x आ जाऊगा 4। जे दूजे नूं आप 0 के बराबर रख दीए, देखो x प्लस 2 नूं 0 ते रख दीए, x आ जाऊगा माइनस 2। तो एक आ गया माइनस 2, एक आ गया 4, 4 तो माइनस 2, ऑप्शन नंबर बी बन जाना। सो मिडल टर्म सपलिट वाला मैथड। तो ਜਾਂ जे तुसी कॉमन सेंस लाओ तो तुसी ऑप्शन चो भी कर सकते हो। ये ऑप्शन वार वार भर के देख लो, एक्स की थां ते भर के देख लो मुल इन्हां चों माइनस 2 माइनस 4 भर के, पहला माइनस 2 भर लो, फिर माइनस 4, फिर अगले ऑप्शन च माइनस 2 भर लो, 4 भर लो। जिहड़े ऑप्शन नाल 0 बन गया बहुपद, उही सिफरां हुंदी एक्स दे वो मुल जिहड़े बहुपद नूं 0 लिया देन, उहनूं ही आपां की कहने आ बहुपद दीयां सिफरां। तो उवें भी कर सकते। फिर नैक्सट, Meena went to a bank to withdraw rupees 2000. She asked the cashier to give her rupees 50 and rupees 100 notes only. Meena got 25 notes in all. Represent this situation algebraically. मीना 2000 रुपये कढवाउण लई बैंक विच गई। उसने खजानची नूं 50 रुपये ते 100 रुपये के नोट देण लई कहा। मीना ने कुल 25 नोट प्राप्त किए। इस स्थिति नूं बीज गणितिक रूप में दर्शाओ। तो अलजैबरिकली या बीज गणितिक मतलब आपां एक्स वाई च गल करनी है। तो आपां मान लांगे 50 रुपये के नोट सीगे एक्स तो 100 रुपये के नोट सीगे वाई। मान लो 50 रुपये के उन्हें 100 नोट प्राप्त कर ले, तो 50 रुपये के उन्हें एक्स नोट प्राप्त कर ले, तो 100 रुपये के वाई नोट प्राप्त कर ले। तो यदा मतलब कुल 25 नोट प्राप्त किए सी। एक तो सीधा ही आ गया एक्स प्लस वाई 25 हो गया, एक तो समीकरण ये बन गई। 50 रुपये के एक्स नोट आ, 100 रुपये के वाई नोट। एक्स वाई कुछ भी हो सकता, 2 3 4 5 कुछ भी। तो यदा मतलब कुल तो 25 है ना, एक्स प्लस वाई मिला के कितना आना अपने को 25 आना। एक तो ये बन गई। तो दूजी हुण अपने को रुपइयां की फॉर्म च बन जूगी। कुल रुपए उन्हें किन्ने कढ़ाए आ, 2000 कढ़ाया। तो 50 रुपये के एक्स नोट कढ़ाए आ, किन्ने रुपए हो गए ये? कि 50 रुपये के 2 नोट हो, 50 गुणा 2 100 आ जू। 50 रुपये के 3 हो, 50 गुणा 3 कर देंगे। 50 रुपये के एक्स नोट आ तो 50 गुणा एक्स। इस तरह 100 रुपये के वाई नोट आ तो 100 गुणा वाई, इन्ने रुपए हो गए। ये कुल मिला के किन्ने रुपए कढ़ाए उन्हें 2000। ये दूजी समीकरण बन गई। एक समीकरण तो अपनी जी नोटों की संख्या की फॉर्म च बन गई, दूजी समीकरण जी रुपइयां की फॉर्म च बन गई। तो ये अपने को देख लो ऑप्शन च, फिर ऑप्शन नंबर ए बन जाना। समीकरण बनानिया होंदियां, दित्ती गई कंडीशन नूं आपां एक समीकरण के रूप दर्शाना हुंदा। एक आपां जिहड़ी नोटां की संख्या वो बनाती, एक आपां जिहड़े रुपए कुल बनते हैं आ 50x रुपए हो गए, ठीक है। आ 100 वाई रुपए, कुल कितने रुपए है 2000। दूजी ये बनाती, ऑप्शन नंबर ए। फिर नैक्सट, सॉल्व द सिस्टम ऑफ लीनियर इक्वेशन 3x प्लस 4y इज इक्वल टू 10, 2x माइनस 2y इज इक्वल टू 2। रेखी समीकरण जोड़े नूं हल करो। तो ये अपने को विलोपन विधि होंगी है। देखो आप पहला भी डिस्कस किया, या तो एक्स के गुणांक बराबर कर लो या वाई के गुणांक बराबर कर लो। आप इत्थे वाई के गुणांक बराबर कर लाँगे। देखो इत्थे वाई का गुणांक 4 आ, इत्थे माइनस 2 आ, इनू 2 नाल गुणा कर देंगे ताकि इत्थे भी गुणांक 4 हो जाए। पहली नूं उवें रखो, देखो दूजी आ जिहड़ी उहनूं 2 नाल गुणा कर दो,
4x सारी नूं करनी है -4y बराबर 4। हुण जोड़ दिंदे इन्हां नूं तां कि कट्टे जाण। आ कट्टे गए 3x + 4x 7x 10 + 4 14 7 इधर गुणा जा उधर आके भाग च 14 नूं 7 भाग की 2 आ गया x का मुल 2 आ गया। किसी भी समीकरण च भर दो, इनू पहले च ही भर दें। तो 3 × 2 ये 6 बन गया। 6 + 4y बराबर 10। 6 इधर लै जाएंगे, 10 चो 6 घटाए 4, 4y बराबर 4 आ गया। 4 इधर गुणा च उधर जाके भाग च 4 नूं 4 नाल भाग की 1 आ गया। सो y कितना बन गया 1 बन गया। x 2 बन गया, y 1 बन गया। x बराबर है 2, y बराबर 1। तो विलोपन विधि एलिमीनेशन मैथड तुहानूं आना चाहिए। x के गुणांक बराबर कर लो या y के गुणांक बराबर कर लो, फिर देख लो इन्हों जोड़ना चाहिए या घटाना चाहिए। ये तो पहले ही पुट्ठे निशान आ, फिर तो इन्हों जोड़ ही दो ताकि कट्टे जान, बस सीधे कट्टे जान। तो बस अपना जोड़ के x की फॉर्म च रह जाए, y वाला कट्टिया जाए या x वाला कट्टिया जाए, एक कट्टिया जाए तो दूजा आप उत्थों सॉल्व कर लीए। फिर इनू किसी भी समीकरण च भर दईदा x या y का मुल, फिर दूजा भी मिल जाता। बाकी एक मैथड कॉमन सेंस वाला सी, ऑप्शन चो तुसीं भर भर के देख सकते हो भी किहड़ा इस तरह के x y के मुल आ जिहड़े दोवें समीकरणों नूं सैटिस्फाई कर जाण। तो जे x नूं 2 भरदे हो, y नूं 1, देखो पहला सैटिस्फाई करी जांदा। 3 दूनी 6, 4 एकम 4, 6 ते 4 10, पहली नूं तां कर गया। दूजी च भी भर दो, 2 × 2 गुणा ही हुंदा है, -2 गुणा y का मुल 1 आ, ब्रैकेट पा लो गुणा पा लो, एक ही गल आ। 2 दूनी 4, 4 2 गुणा 1 2, 4 चों 2 कटे 2 ही हुंदा, दूजी नूं भी कर गया। ऑप्शन चो भी भर भर के देख सकते, एक मैथड हुंदा ऑप्शन चो भी करन दा, तो उहदे नाल भी ऑप्शन नंबर ए तुहाडा आ जाना सी। फिर नैक्सट, द डिफरेंस बिटवीन 2 नंबर्स इज़ 26 एंड 1 नंबर इज़ 3 टाइम्स द अदर, फाइंड दैम। तो अगेन देखो ये प्रॉपर मैथड नाल भी कर सकते हो, समीकरण बना के, या ऑप्शन चो भी कर सकते हो। ऑप्शन चो ज़्यादा सौखा। देखो दो संख्यावां का अंतर 26 आ, तो एक संख्या दूजी का 3 गुणा, संख्यावां पता करो। तो इन्हों चो लभ लो ਇਹੋ ਜਿਹੀਆਂ संख्यावां ਕਿਹੜੀਆਂ जिन्हों डिफरेंस आ जिहड़ा अंतर आ 26 का होवे तो एक दूजे की 3 गुणा हो। पहला ट्राई करो कि इन्हों डिफरेंस 26 का हैगा, 39 चो 13 घटाए, हाँ 26 का तो हैगा। कि एक संख्या दूजी की 3 गुणा हैगी है, हाँ 39 13 का 3 गुणा ही होंदा, बस यही आ गया ऑप्शन। सो डायरैक्ट बन गया। जे समीकरण नाल करना सी फिर आपां नूं ਮੰਨਣਾ ਪੈਣਾ ਸੀ, ਮੰਨ ਲਓ 2 नंबर x ਤੇ y ਹਨ, ਇੱਕ ਬਾਨੀ ਸੀ x - y बराबर 26, फिर x y का 3 गुणा है, x बराबर है 3y, ठीक है। फिर इन्हों आप मुल ये भर दे, x का मुल इतने भरना पैना सी 3y - y बराबर 26, 3y चो 1y घटाया 2y, 2y बराबर 26, 2 इधर गुणा च इधर जाके भाग च 26 नूं 2 ते भाग की 13, फिर y 13 मिलना सी, ये भर देंगे किसी भी समीकरण x बराबर है 3 × 13 39 आ जाना। तो उवें भी 39 ते 13 मिल जानी सी संख्या। ऑप्शन तो भी कर सकते हो, तो जां समीकरण बना के भी कर सकते हो। समीकरण बना के x का मुल दूजी चो जाके पहले च भर देना बस। आ दूजी समीकरण पता लग गई ना, 1 नंबर इज़ 3 टाइम्स अदर, एक संख्या दूजी का 3 गुणा है, x बराबर है 3y। जे एक संख्या दूजी का 2 गुणा होंदा x बराबर है 2y आ जाना सी, 4 गुणा होंदा x बराबर है 4y आ जाना सी। सो समीकरण बना के भी कर सकते हो, ऑप्शन तो भी कर सकते हो। फिर नैक्सट, अ बॉक्स कंटेन्स 3 ब्लू 2 वाइट एंड 4 रेड मार्बल्स, इफ अ मार्बल इज़ ड्रॉन एट रैंडम फ्रॉम द बॉक्स, वट इज़ द प्रोबेबिलिटी दैट इट विल बी द वाइट। एक बक्से में 3 नीले 2 चिट्टे और 4 लाल बंटे हैं। जेकर इस बक्से विचों एक बंटा अचानक कढ़िया जाता है तो इसकी की संभावना है कि बंटा चिट्टा है। तो संभावना का फॉर्मूला किया सी, थल्ले कुल परिणाम उपर अनुकूल परिणाम। थल्ले तो कुल आ जाने, कुल बंटे किन्ने 3 नीले 2 चिट्टे ते 4 लाल, 3 ते 2 5 5 ते 4 9, थल्ले तो 9 आना। उपर कि पुछी है, जिहदी पुछी आ वो किन्ने है, देखो चिट्टे बंटे की पुछी है, चिट्टे वाले किन्ने आ 2 आ, उपर 2 आ जाना। सो 2/9 उपर की आना, जिहदी संभावना पुछी गई है वो किन्ने है, अनुकूल परिणाम फेवरेबल आउटकम्स। थल्ले कुल परिणाम, ठीक है, टोटल नंबर ऑफ आउटकम्स। तो जे नीले की पुछी होंदी फिर आना सी 3/9, लाल की पुछी होंदी वो आना सी 4/9। इत्थे पुछी सी चिट्टे की कि संभावना हो बंटा चिट्टा होगा, वाइट होगा, प्रोबेबिलिटी दसो वाइट होने की, 2/9। फिर नैक्सट, 1 कार्ड इज़ ड्रॉन फ्रॉम अ वैल शफल डैक ऑफ 52 कार्ड्स, फाइंड द प्रोबेबिलिटी ऑफ गैटिंग अ फेस कार्ड। 52 पत्तियां की चंगी तरह नाल फैंटी की ताज की गुट्टी विचों एक पत्ता बाहर कढ़िया जाता है, एक तस्वीर वाले पत्ता प्राप्त होने की संभावना पता करो। अगेन संभावना का क्वेश्चन आ, अनुकूल परिणाम बटा कुल परिणाम।
52 ਪੱਤੇ ਆ ਤਾਂ ਕੁਝ ਵੀ ਨਿਕਲ ਸਕਦਾ ਨਾ। ਕੁੱਲ ਪ੍ਰਣਾਮ ਕਿੰਨੇ ਆ? ਕੁੱਲ ਤਾਂ 52 ਆਣੇ। ਤਾਸ਼ ਵੇਲੇ ਕੁੱਲ 52 ਹੁੰਦੇ ਆ। ਦੇਖੋ ਲੁੱਡੋ ਖੇਡ ਰਹੇ ਆ, ਜੋ ਡਾਈਸ ਆ ਉਦੋਂ ਕੁੱਲ 6 ਹੁੰਦੇ ਆ। ਠੀਕ ਹੈ, ਇਹ ਧਿਆਨ ਰੱਖਿਆ ਕਰੋ। ਥੱਲੇ ਤਾਂ 52 ਆਣਾ। ਉੱਪਰ ਕਿੰਨੇ ਆਊਗਾ? ਫੇਸ ਕਾਰਡ ਆਉਂਦੀ, ਤਸਵੀਰ ਵਾਲਾ ਪੱਤਾ। ਤਾਂ ਤਸਵੀਰ ਵਾਲੇ ਪੱਤੇ ਤਾਸ਼ 'ਚ ਹੁੰਦੇ ਆ 12। 4 ਗੁਲਾਮ, 4 ਬੇਗਮ, 4 ਬਾਦਸ਼ਾਹ। ਇੰਗਲਿਸ਼ ਕਹਾਂਗੇ 4 ਜੈਕ, 4 ਕੁਈਨ, 4 ਕਿੰਗ। ਤਾਂ 12 ਹੁੰਦੇ ਆ ਫੇਸ ਵਾਲੇ, ਇਹਨਾਂ ਤਸਵੀਰ ਹੁੰਦੀ ਹੈ। ਉੱਪਰ ਆ ਜਾਣਾ 12, 12/5। ਸਾਂਝੇ ਪੜੇ ਤੇ ਕੱਟ ਦਿਓ। 4 ਦੇ ਪੜੇ ਤੇ ਕੱਟ ਕੇ ਆ ਜਾਊਗਾ 3/13। ਆਪਸ਼ਨ ਨੰਬਰ ਬੀ ਬਣ ਜੂ। ਫਿਰ ਨੈਕਸਟ, 2 dice, 1 blue and 1 green are thrown at the same time. What is the probability that the sum of the two numbers appearing on the top of the dice is 8? ਇੱਕ ਹਰੇ ਪਾਸੇ ਅਤੇ ਇੱਕ ਲਾਲ ਪਾਸੇ ਨੂੰ ਇਕੱਠਾ ਸੁੱਟਿਆ ਜਾਂਦਾ ਹੈ। ਇਸ ਦੀ ਕੀ ਸੰਭਾਵਨਾ ਹੈ ਕਿ ਦੋਨਾਂ ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ 8 ਹੈ? ਦੇਖੋ ਜਦੋਂ ਤਾਂ ਇੱਕ ਪਾਸਾ ਸੁੱਟਦੇ ਆ, ਇੱਕ ਡਾਈਸ ਨੂੰ ਸੁੱਟਦੇ ਆ, ਉਹ ਤਾਂ ਹੁੰਦੇ ਆ ਕੁੱਲ ਪ੍ਰਣਾਮ 6। ਪਰ ਜਦੋਂ ਦੋ ਪਾਸੇ ਸੁੱਟਦੇ ਆ 2 ਡਾਈਸ, ਤਾਂ ਕੁੱਲ ਪ੍ਰਣਾਮ ਹੁੰਦੇ ਆ 6 ਦੀ ਘਾਤ 2, 36 ਹੋ ਜਾਂਦੇ। ਕੁੱਲ ਪ੍ਰਣਾਮ ਕਿੰਨੇ ਹੁੰਦੇ ਆ? 36। ਉਹ ਇਸ ਤਰ੍ਹਾਂ ਦੇ ਹੁੰਦੇ ਆ ਜਿਵੇਂ 1 1 1 2 1 3 1 4 1 5 1 6, ਫਿਰ 2 1 2 2, ਇਸ ਤਰ੍ਹਾਂ ਕਰਦੇ ਕਰਦੇ 2 6 ਤੱਕ ਜਾਊਗਾ। ਇਸ ਤਰ੍ਹਾਂ ਕਰਦੇ ਕਰਦੇ 6 1 6 2 6 6। ਸਿੱਧਾ ਯਾਰ ਆਖਦੇ ਹੋ 36 ਹੁੰਦੇ ਆ ਜਦੋਂ ਆਪਾਂ ਦੋ ਪਾਸੇ ਸੁੱਟਦੇ ਹਾਂ। 6 ਦੀ ਘਾਤ 2। ਠੀਕ ਹੈ, ਵਟਾ ਜਿੱਦਾਂ ਆਉਣਾ 36। ਉੱਪਰ ਦੇਖਦੇ ਹੁਣ ਕਿੰਨਾ ਆਊਗਾ। ਅਨੁਕੂਲ ਪ੍ਰਣਾਮ ਕਿੰਨੀ ਹੈ? ਜਿਹਦੀ ਸੰਭਾਵਨਾ ਪੁੱਛਿਆ ਉੱਪਰ ਆਉਣਾ ਹੁੰਦਾ। ਦੋਨਾਂ ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ 8 ਹੋਣਾ ਚਾਹੀਦਾ। ਤਾਂ ਇਹੋ ਜਿਹੇ ਕਿੰਨੇ ਇਹਦੇ 'ਚ ਹੈਗੇ ਆ ਆਪਣੇ ਪ੍ਰਣਾਮ ਜਿਨ੍ਹਾਂ ਵਿੱਚ ਜਿਹੜੀਆਂ ਸੰਖਿਆਵਾਂ ਦਾ ਜੋੜ ਆ ਉਹ 8 ਆਊਗਾ? ਤਾਂ ਹੋਣਗੇ ਇੱਕ ਤਾਂ 2 6, ਠੀਕ ਹੈ, 3 5, 4 4, 5 3 ਤੇ 6। ਹੋਰ ਨਹੀਂ ਆਉਣਾ। 7 1 ਨਹੀਂ ਆਉਣਾ, ਕਿਉਂਕਿ 7 ਹੁੰਦਾ ਹੀ ਨਹੀਂ ਪਾਸੇ ਤੇ। 2 + 6 ਵੀ 8 ਆ, 3 + 5 ਵੀ 8 ਆ, 4 + 4 ਵੀ, 5 + 3 ਵੀ, 6 + 2। ਤਾਂ ਇਹ 5 ਅਨੁਕੂਲ ਪ੍ਰਣਾਮ ਹੋ ਗਏ ਆਪਣੇ ਕੋਲ। ਕੁੱਲ ਪ੍ਰਣਾਮ ਸੀ 36, ਅਨੁਕੂਲ ਪ੍ਰਣਾਮ ਆ 5। ਸੋ ਕਿੰਨਾ ਆ ਗਿਆ? 5/36। ਤਾਂ ਕਿਹੜਾ ਆਪਸ਼ਨ ਆਉਣਾ ਸੀ? ਆਪਸ਼ਨ ਨੰਬਰ ਬੀ ਆ ਜਾਣਾ। ਸੋ ਇਹਦੇ ਨਾਲ ਹੀ ਆਪਾਂ ਇਹ ਵਾਲੇ ਪੇਪਰ ਦੇ ਜਿਹੜੇ ਕੱਲ੍ਹ ਹੋਇਆ ਸੀ ਉਹਦੇ ਸਾਰੇ ਸਮ ਸੋਲਵ ਕਰ ਲਏ ਆ। ਤਾਂ ਤੁਸੀਂ ਇਹ ਸਾਰੇ ਕੰਮ ਕਾਪੀ 'ਤੇ ਨੋਟ ਕਰ ਲੈਣੇ ਆ, ਅਤੇ ਨਾਲ ਹੀ ਕਮੈਂਟ ਬਾਕਸ ਵਿੱਚ ਟਾਈਪ ਕਰਕੇ ਜ਼ਰੂਰ ਦੱਸਣਾ ਕਿ ਕੱਲ੍ਹ ਵਾਲੇ ਟੈਸਟ ਵਿੱਚ ਤੁਸੀਂ ਕਿੰਨੇ ਕੁਐਸਚਨ ਆ ਜਿਹੜੇ ਉਹ ਸਹੀ ਸੋਲਵ ਕੀਤੇ ਸੀ।